ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਤੇ ਰਵਾਇਤ ਬੜੀ ਪੁਰਾਣੀ ਹੈ, ਬੜੀ ਸਾਦੀ ਜੀ ਟ੍ਰੈਡੀਸ਼ਨ ਹੈ। ਟ੍ਰੈਡੀਸ਼ਨ ਕੀ ਬਲਕਿ ਰਿਵਾਜ ਹੈ, ਰਿਚੁਅਲ ਹੈ। ਪਹਿਲਾਂ ਬਜਟ ਆਵੇਗਾ, ਸਰਕਾਰ ਕਹੇਗੀ ਮਹਾਨ ਕੰਮ ਕੀਤਾ, ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲਾ ਬਜਟ ਹੈ, ਗਰੀਬਾਂ ਦਾ, ਕਿਸਾਨਾਂ, ਮਜ਼ਦੂਰਾਂ ਦਾ ਖਾਸ ਧਿਆਨ ਰੱਖਿਆ ਗਿਆ। ਫਿਰ ਅੰਕੜੇ ਬੋਲਣਗੇ ਕਿ ਕਿਸਾਨ, ਮਜ਼ਦੂਰ ਜਾਂ ਪੇਂਡੂ ਖੇਤਰ ਨਾਲ ਜੋ ਦਹਾਕਿਆਂ ਤੋਂ ਹੁੰਦਾ ਆਇਆ ਉਹੀ ਦੁਬਾਰਾ ਹੋਇਆ। ਫਿਰ ਵਿਰੋਧੀ ਧਿਰ ਦੀ ਵਾਰੀ ਆਏਗੀ ਤੇ ਉਹ ਕਹੇਗੀ ਅਮੀਰਾਂ ਦਾ ਬਜਟ ਹੈ, ਦੇਖੋ ਕਿਸਾਨ ਮਜ਼ਦੂਰ ਨੂੰ ਕੁਝ ਨਹੀਂ ਮਿਲਿਆ। ਫਿਰ ਪਾਰਲੀਮੈਂਟ ਦਾ ਇਜਲਾਸ ਮੁਲਤਵੀ ਹੋ ਜਾਵੇਗਾ। ਹੁਣ ਇਹ ਰਸਮ ਅਗਲੇ ਸਾਲ ਦੁਬਾਰਾ ਕੀਤੀ ਜਾਵੇਗੀ। ਇਸ ਦੌਰਾਨ ਸਟੇਜ ਉੱਤੇ ਸੀਨ ਬਦਲ ਜਾਵੇ ਤਾਂ ਸਮਝ ਲਓ ਸਰਕਾਰ ਸੁਰਖਰੂ ਹੋਈ। BBC ਦੇ ਦਫ਼ਤਰ ਉੱਤੇ ਸਰਵੇ ਹੋ ਜਾਵੇ, ਕੋਈ ਹਿੰਦੂ ਮੁਸਲਿਮ ਬਖੇੜਾ ਖੜਾ ਹੋ ਜਾਵੇ, ਕੋਈ ਹਿੰਦੂ ਸੈਲੀਬ੍ਰਿਟੀ ਕਿਸੇ ਮੁਸਲਮਾਨ ਨਾਲ ਵਿਆਹ ਕਰ ਲਵੇ, ਜਾਂ ਕੋਈ ਵੱਡਾ ਕ੍ਰਿਕਟ ਮੈਚ ਆ ਜਾਵੇ। ਸੁਰਖੀਆਂ ਬਦਲ ਜਾਣਗੀਆਂ। ਨਾਲੇ ਸਾਡੇ ਪਾਠਕ ਨੇ, ਸਾਡਾ ਦਰਸ਼ਕ, ਸਾਡਾ ਵੋਟਰ ਦਿਲਚਸਪ ਗੱਲਾਂ ਸੁਣਨਾ ਵੇਖਣਾ ਚਾਹੁੰਦਾ। ਬਜਟ ਦੀਆਂ ਰਕਮਾਂ, ਪੇਂਡੂ ਖੇਤਰ ਦੀਆਂ ਐਲੋਕੇਸ਼ਨਸ, ਮਨਰੇਗਾ ਦੇ ਪੈਸੇ, ਅੰਕੜੇ ਹੀ ਅੰਕੜੇ। ਇਹ ਨਾ ਗਰਮਾ ਗਰਮ ਖਬਰਾਂ ਹੁੰਦੀਆਂ ਨੇ, ਨਾ ਵਿਚਾਰੇ ਵਿਸ਼ਲੇਸ਼ਕਾਂ ਦੀਆਂ ਇੰਟਰਵਿਊਆਂ ਧਮਾਕੇਦਾਰ ਹੁੰਦੀਆਂ ਨੇ, ਨਾ ਮਿਡ ਡੇ ਮੀਲ ਦੇ ਪੈਸੇ ਘਟਾਉਣ ਨਾਲ ਪਟਾਕੇ ਪੈਂਦੇ ਨੇ ਕੋਈ ਸੋਸ਼ਲ ਮੀਡੀਆ ਉੱਤੇ। ਹੁਣ ਕਿਉਂਕਿ ਸਾਲਾਨਾ ਰਸਮ ਹੋ ਚੁੱਕੀ ਹੈ, ਬਜਟ ਆਇਆ ਸੀ, ਪੇਸ਼ ਹੋ ਗਿਆ, 4 ਦਿਨ ਚਰਚਾ ਹੋ ਚੁੱਕੀ ਤੇ ਹੁਣ ਸੁਰਖੀਆਂ ਬਦਲ ਗਈਆਂ ਨੇ। ਪਾਰਲੀਮੈਂਟ ਛੁੱਟੀਆਂ ਉੱਤੇ ਚਲੀ ਗਈ ਹੈ। ਗਊ ਦੇ ਨਾਮ ਉੱਤੇ ਹੱਤਿਆ ਦੀਆਂ ਖਬਰਾਂ, ਹਿੰਡਨਬਰਗ ਅਡਾਨੀ ਮਸਲੇ ਦੀ ਜਾਂਚ ਲਈ ਕਮੇਟੀ, ਰਿਸ਼ਵਤ ਲੈਂਦੇ ਫੜੇ ਗਏ ਵਿਧਾਇਕ ਜਾਂ ਉਹਦੇ ਕਰਿੰਦੇ ਲਈ ਲੜਦੀ ਸਰਕਾਰ ਤੇ ਜੱਜਾਂ ਨੂੰ ਅੱਖਾਂ ਵਿਖਾਉਂਦਾ ਕੋਈ ਯੂਟਿਊਬੀ ਸਟਾਰ। ਸੁਰਖੀਆਂ ਨਿਤ ਨਵੀਆਂ ਆ ਰਹੀਆਂ, ਪਰ ਸਭਨਾਂ ਨੂੰ ਛੱਡ ਕੇ ਅਸੀਂ ਅੜਨ ਦਾ ਹੀ ਫੈਸਲਾ ਕੀਤਾ, ਕਿਉਂਕਿ ਦੇਸ਼ ਦੀ ਦੌਲਤ ਵਿੱਚੋਂ ਪੇਂਡੂ ਖੇਤਰ ਨੂੰ, ਕਾਮੇ ਕਿਸਾਨ ਮਜ਼ਦੂਰ ਨੂੰ ਕਿੰਨਾ ਮਿਲਦਾ ਹੈ, ਇਹ ਸਾਲਾਨਾ ਰਸਮੀ ਬਿਆਨਬਾਜ਼ੀ ਦਾ ਮੁੱਦਾ ਨਹੀਂ। ਇਹਦੇ ਵਿੱਚ ਜ਼ਿੰਦਗੀ ਮੌਤ ਦੇ ਸਵਾਲ ਨੇ। ਇਹ ਫੈਸਲੇ ਹਨ ਕਿ ਕਿਸਾਨ ਦਮਾਮੇ ਮਾਰਦਾ ਦਿਸੇਗਾ ਕਿ ਸਲਫਾਸ ਖਾਏਗਾ, ਪੱਖੇ ਨਾਲ ਲਟਕੇਗਾ। ਸੋ ਜਿੰਨਾ ਕੋ ਵੀ ਧਮਾਕੇਦਾਰ ਹੋਵੇ, ਇਹੋ ਜਿਹੀ ਹੋਏਗਾ ਡਿਬੇਟ। ਤੁਸੀਂ ਫੈਸਲਾ ਕਰਨਾ ਕਿੰਨੀ ਦੇਰ ਜੁੜੇ ਰਹਿਣਾ। ਸਾਡੇ ਨਾਲ ਡਾਕਟਰ ਪਿਆਰੇ ਲਾਲ ਗਰਗ ਜੀ ਜੁੜੇ ਨੇ, ਜਿਹੜੇ ਬਜਟ ਦੀਆਂ ਇਹਨਾਂ ਰਕਮਾਂ ਨੂੰ, ਉਹਨਾਂ ਬਹੁਤ ਸਾਰੀਆਂ ਸਿਫਰਾਂ ਨੂੰ ਤੇ ਹਜ਼ਾਰਾਂ ਕਰੋੜਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਸਾਡੇ ਨਾਲ ਸਰਦਾਰ ਹਮੀਰ ਸਿੰਘ ਜੀ ਜੁੜੇ ਨੇ, ਜਿਹੜੇ ਪਾਲਿਸੀਆਂ ਉੱਪਰ ਕਿਵੇਂ ਬਣਦੀਆਂ ਨੇ ਪਾਰਲੀਮੈਂਟ ਦੇ ਵਿੱਚ ਤੇ ਖੇਤਾਂ ਵਿੱਚ ਜਾ ਕੇ ਉਹ ਕਿੱਥੇ ਦਫਨ ਹੁੰਦੀਆਂ ਨੇ, ਉਸ ਸਾਰੀ ਰਸਮ ਤੋਂ ਬੜੀ ਚੰਗੀ ਤਰ੍ਹਾਂ ਵਾਕਫ ਨੇ। ਸੋ ਹਮੀਰ ਸਿੰਘ ਜੀ, ਵਨ ਥਿੰਗ, ਇਹ ਬਜਟ ਚੀਕ ਕੇ ਕਹਿ ਰਿਹਾ ਹੈ ਕਿ ਕਟੌਤੀਆਂ ਕੀਤੀਆਂ ਗਈਆਂ ਨੇ, ਸਰਕਾਰ ਨੇ ਜਿਨ੍ਹਾਂ ਸਕੀਮਾਂ ਦਾ ਢੋਲ ਕਦੀ ਵਜਾਇਆ ਸੀ ਉਹਨਾਂ 'ਚ ਪੈਸੇ ਘਟਾਏ ਗਏ ਨੇ, ਤੇ ਸਰਕਾਰ ਨੇ ਇੱਕ ਬਿਆਨੀਆ ਬਣਾਇਆ ਕਿ ਭਾਈ ਇੰਨੀ ਇਕਨੋਮਿਕ ਰਿਕਵਰੀ ਹੋ ਗਈ ਹੈ, ਆਰਥਿਕਤਾ ਇੰਨੀ ਅੱਛੀ ਹੋ ਗਈ ਹੈ ਕਿ ਬਹੁਤੇ ਪੈਸੇ ਦੇਣ ਦੀ ਇਹਨਾਂ ਸਕੀਮਾਂ ਦੀ ਲੋੜ ਹੀ ਨਹੀਂ। ਮੈਂ ਮਤਲਬ ਇਹ ਮੋਟੀ ਗੱਲ ਦੇ ਨਾਲੋਂ ਵੀ ਸਕੀਮ ਦੇ ਵਿੱਚ ਜਾ ਕੇ ਐਲੋਕੇਸ਼ਨਸ ਨੂੰ ਚਾਹ ਰਿਹਾ ਕਿ ਤੁਸੀਂ ਇਹਨਾਂ ਨੂੰ ਦੇਖੋ। ਇਹ ਮਨਰੇਗਾ ਨਾਲੇ ਕਿਉਂ ਹੋਇਆ, ਕੁੱਲ ਬਜਟ ਦੇ ਵਿੱਚੋਂ ਪੈਸਾ ਮਿਲਦਾ ਕਿੰਨਾ ਹੈ ਪੇਂਡੂ ਖੇਤਰ ਨੂੰ, ਕਿਹੜੀਆਂ ਉਹ ਮਿਨਿਸਟਰੀਜ਼ ਨੇ ਜਿਨ੍ਹਾਂ ਦੇ ਉੱਤੇ ਇਹ ਰੂਰਲ ਡਿਵੈਲਪਮੈਂਟ ਦਾ ਸਾਰਾ ਦਾਰੋ ਮਦਾਰ ਹੁੰਦਾ ਹੈ, ਤੇ ਬਜਟ ਦਰਅਸਲ ਕਹਾਣੀ ਕਿਹੜੀ ਦੱਸਦਾ ਹੈ, ਅਦਰ ਦੈਨ ਕਿ ਸਰਕਾਰ ਕਵੇ ਅਸੀਂ ਮਹਾਨ ਬਜਟ ਪੇਸ਼ ਕੀਤਾ ਤੇ ਆਪੋਜੀਸ਼ਨ ਕਹੇ ਤੁਸੀਂ ਸਰਮਾਏਦਾਰਾਂ ਦੇ ਯਾਰ ਹੋ। ਅਦਰ ਦੈਨ ਦੈਟ ਨਹੀਂ, ਬਜਟ ਤਾਂ ਹਮੇਸ਼ਾ ਮਹਾਨ ਹੀ ਹੁੰਦਾ। ਤੇ ਇਦੋਂ ਪਹਿਲਾਂ ਇੱਕ ਪ੍ਰਧਾਨ ਮੰਤਰੀ ਨੇ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ, ਰੇਵੜੀ ਇਹ ਨਹੀਂ ਵੰਡਣੀ, ਰੇਵੜੀਆਂ ਵੰਡਣਾ ਗਲਤ ਹੁੰਦਾ। ਹੁਣ ਰੇਵੜੀ ਤੇ ਲੋੜ, ਇਹ ਦੋਨਾਂ ਚੀਜ਼ਾਂ 'ਚ ਹੀ ਬੜਾ ਫਰਕ ਨਹੀਂ ਅਜੇ ਤੱਕ ਡਿਬੇਟ ਹੋ ਰਹੀ ਕਿ ਰੇਵੜੀ ਕਿਹਨੂੰ ਕਹਿਣਾ ਚਾਹੀਦਾ ਤੇ ਸੋਸ਼ਲ ਸਿਕਿਉਰਿਟੀ ਨੈਟਵਰਕ, ਰੁਜ਼ਗਾਰ ਦੇ ਮੌਕੇ, ਬਾਕੀ ਦੀਆਂ ਚੀਜ਼ਾਂ 'ਚ ਕੀ ਫਰਕ ਹੁੰਦਾ। ਮਰਦ ਦੇ ਮੂੰਹ 'ਚ ਪਾਣੀ ਪਾਣਾ ਰੇਵੜੀ ਨਹੀਂ ਹੁੰਦੀ। ਹਾਂ, ਮਤਲਬ ਕਿ ਇੱਕ ਜਨਰਲ ਤੁਸੀਂ ਕਰਦੇ ਹੋ ਕਿ ਹਰ ਚੀਜ਼ ਜਿਵੇਂ ਰੇਵੜੀ ਹੁੰਦੀ ਹੈ ਨਾ, ਜਿਵੇਂ ਤੁਸੀਂ ਬੇਕਾਰ ਕਰ ਰਹੇ ਹੋ। ਇਹਦਾ ਮਤਲਬ ਸਿੱਧਾ ਹੈ ਕਿ ਜਿਹੜਾ ਬੰਦਾ ਤੁਸੀਂ ਡਾਊਨਟ੍ਰੋਡਨ ਨੂੰ, ਪੂਅਰ ਨੂੰ, ਗਰੀਬ ਨੂੰ, ਪਿੰਡ ਵਾਲੇ ਪਾਸੇ ਦੇਣਾ ਚਾਹੁੰਦੇ ਹੋ, ਉਹਨੂੰ ਰੇਵੜੀ ਦਾ ਲੇਬਲ ਲਾ ਦਿਓ ਤੇ ਉਦੋਂ ਬਾਅਦ ਦਿਓ ਚਾਹੇ ਕੁਝ ਨਾ। ਜੇ ਹੁਣ ਆਪਾਂ ਟੋਟਲ ਗੱਲ ਕਰੀਏ, ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 2022 ਚ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਣੀ ਹੈ ਜੀ, ਲਗਾਤਾਰ ਸੀ। ਉਹ ਆਮਦਨ ਦੁੱਗਣੀ ਕਿਵੇਂ ਹੋਈ ਮੈਨੂੰ ਨਹੀਂ ਸਮਝ ਆਈ, ਨਾ ਦੱਸਿਆ ਗਿਆ ਕਿਸੇ ਨੇ ਕਿ ਦੁੱਗਣੀ ਹੋਈ ਕਿ ਨਹੀਂ ਹੋਈ। ਉਹਨਾਂ ਨੇ ਐਲਾਨ ਕੀਤਾ ਸੀਗਾ ਉਦੋਂ ਤਾਂ ਜੇ ਕਾਫੀ ਸਾਲ ਸੀ ਉਹਨਾਂ ਕੋਲ ਦੁੱਗਣੀ ਕਰਨ ਲਈ, 5 ਸਾਲ ਸੀ ਪੂਰੇ। ਤੇ ਮੈਨੂੰ ਉਸ ਵੇਲੇ ਇਹ ਸੋਚਦੇ ਸੀ ਵੀ ਜਦੋਂ ਦੁੱਗਣੀ ਹੋਏਗੀ ਲਾਲ ਕਿਲੇ ਤੋਂ ਐਲਾਨ ਕਰਨਗੇ ਆਪਣੇ 15 ਅਗਸਤ ਵਾਲੇ ਭਾਸ਼ਣ। ਹੋ ਗਈ ਜੀ ਇਸ ਤਰੀਕੇ ਦੇ ਨਾਲ, ਔਰ ਉਹਦੇ ਚ ਹੁਣ ਕਹਿੰਦੇ 2047 ਤੱਕ ਦੇਖੋ ਬਾਕੀ ਚੀਜ਼ਾਂ ਜੇ ਦੇਸ਼ ਨੂੰ ਉਸ ਲੈਵਲ ਤੇ ਪਾਇਆ ਗਿਆ। ਔਰ ਉਹਦੇ ਚ ਹੋਇਆ ਕੀ ਹੈ, ਤੁਸੀਂ ਕੈਸ਼ ਦੇ ਤੌਰ ਤੇ ਕਿਸਾਨਾਂ ਨੂੰ ਕੀ ਦਿੰਦੇ ਸੀ, ਕਿਸਾਨ PM ਕਿਸਾਨ ਨਿਧੀ ਜਿਹੜੀ ਹੈ ਜਿਹਦੇ 6000 ਰੁਪਏ, 500 ਰੁਪਏ ਪਰ ਮੰਥ, 6000 ਰੁਪਏ ਸਾਲ ਦਾ, ਹੈ ਨਾ।
ਕਿੰਨੀ ਇਨਫਲੇਸ਼ਨ ਹੋ ਗਈ, ਕਿੰਨਾ ਉਹਦਾ ਰੀਅਲ ਕਾਸਟ ਘਟ ਗਈ ਡਾਲਰ ਦੇ ਮੁਕਾਬਲੇ, ਕਿੰਨੀ ਰੁਪਈਆ ਡਿੱਗ ਗਿਆ, ਤਾਂ ਵੀ 500,000 ਰੁਪਈਆ ਵੀ ਪੰਜੀ ਵੀ ਨਹੀਂ ਵਧਾਈ। 6000 ਦਾ 6000 6000 ਦਾ, ਔਰ 6 ਨਾ ਕੇਵਲ 6000 ਹੈ, ਉਹਦੇ ਜਿਹੜੀ ਬਜਟ ਐਲੋਕੇਸ਼ਨ ਹੈ ਅੱਜ ਤੱਕ ਦੀ ਜਦੋਂ ਦੀ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਨਾਉਂਸ ਕੀਤੀ ਹੈ ਯੋਜਨਾ, ਸਭ ਤੋਂ ਘੱਟ ਹੈ। ਪਿਛਲੇ ਸਾਲ ਵੀ 68,000 ਕਰੋੜ ਸੀ, ਐਤਕੀ 60,000 ਕਰੋੜ ਕਰ ਦਿੱਤੀ ਗਈ ਹੈ। ਪਰਿਵਾਰ ਵੀ ਨਹੀਂ ਵਧਾਏਗੇ, ਉਹ 11 ਪਰਿਵਾਰ ਕਟੌਤੀ ਹੋ ਗਈ, ਕਟੌਤੀ ਕਰ ਰਹੇ ਹੋ ਤਾਂ ਹੀ ਤਾਂ ਉਹ ਘਟਾ ਰਹੇ ਹੋ ਨਾ, ਜੇ ਉਨੀ ਵੀ ਤਾਂ ਹੀ ਪੈਸੇ ਘਟ ਰਹੇ ਨੇ ਲਗਾਤਾਰ। 6000 ਦੀ ਜਗ੍ਹਾ 5400 ਤਾਂ ਭੇਜੋਗੇ ਨਹੀਂ। ਹਾਂ, ਲਗਾਤਾਰ ਕਟੌਤੀ ਹੋ ਰਹੀ ਹੈ ਉਸ ਸਾਰੇ ਮਾਮਲੇ ਦੇ ਵਿੱਚ। ਔਰ ਦੂਜੀ ਗੱਲ, ਐਗਰੀਕਲਚਰ ਦਾ ਔਨ ਦੀ ਹੋਲ ਬਜਟ ਵੀ ਤੁਸੀਂ 3.78% ਹੈ ਜੇਕਰ ਬਜਟ ਦੇ ਵਿੱਚੋਂ ਦੇਖਦੇ ਹੋ ਉਸ ਓਕੇ। ਔਰ ਇਸੇ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਇੱਕ ਜਿਹੜਾ ਕਿਸਾਨਾਂ ਦੇ ਮਾਮਲੇ ਦੇ ਵਿੱਚ ਸੀਗਾ, ਕੁਝ ਬੇਸਿਕ ਗੱਲਾਂ ਸੀ, ਵੱਡਾ ਕਿਸਾਨ ਅੰਦੋਲਨ ਹੋ ਕੇ ਹਟਿਆ ਹੈ ਨਾ, ਉਹਦੇ ਚ ਕਈ ਚੀਜ਼ਾਂ ਸੀ। ਇੱਕ ਤਾਂ MSP ਦਾ ਕੁਐਸਚਨ ਸੀ ਕਿ ਫਸਲਾਂ ਜੇ ਵਿਕਣ ਠੀਕ ਰੇਟ ਤੇ ਵਿਕਣ, ਇਸ ਤਰੀਕੇ ਦਾ ਉੱਤੇ ਖਾਮੋਸ਼ ਹੈ, ਮਤਲਬ ਕੋਈ ਵੀ ਬਜਟ ਦੇ ਵਿੱਚ ਗੱਲ ਹੀ ਨਹੀਂ ਕੀਤੀ ਵੀ ਇਹਨੂੰ ਤਾਂ ਸਾਈਡ ਉੱਤੇ ਰਹਿਣ ਦੋ ਜਿੰਨੀਆਂ ਵੀ ਚੀਜ਼ਾਂ ਨੇ। ਔਰ ਫਿਰ ਦੂਜੀ ਗੱਲ ਉਹਦੇ ਚ ਇਹ ਸੀ ਕਿ ਕਿਸਾਨ ਕਰਜ਼ਦਾਰ ਬਹੁਤ ਹੈ, ਕਰਜ਼ੇ ਦਾ ਕੁਝ ਹੋਣਾ ਚਾਹੀਦਾ। ਕਿਸਾਨੀ ਦੇ ਕਰਜ਼ੇ ਤੇ ਕੋਈ ਗੱਲ ਨਹੀਂ ਹੋਈ ਬਿਲਕੁਲ ਹੀ ਉਹ ਸਾਰੇ ਮਾਮਲੇ ਦੇ ਵਿੱਚ। ਔਰ ਇਸੇ ਤਰੀਕੇ ਦੇ ਨਾਲ ਕ੍ਰਾਪ ਇੰਸ਼ੋਰੈਂਸ ਜਿਹੜੀ PM ਇੰਨੀ ਉਭਾਰੀ ਗਈ ਲਗਾਤਾਰ, ਉਹਦੇ 13.5% ਬਜਟ 'ਚ ਕਟੌਤੀ ਹੋਈ ਹੈ। ਇਸੇ ਕਰਕੇ ਹੋਈ ਹੈ ਕਿ ਲੋਕ ਉਹਨੂੰ ਚਾਹੁੰਦੇ ਹੀ ਨਹੀਂ, ਉਹ ਉਹਨਾਂ ਦੇ ਫੇਵਰ 'ਚ ਆਈ ਹੋ ਨਹੀਂ ਕਦੇ। ਪੰਜਾਬ 'ਚ ਤਾਂ ਖੈਰ ਉਹ ਪਹਿਲਾਂ ਹੀ ਲਾਗੂ ਨਹੀਂ ਹੋਈ, ਬਾਕੀ ਜਿਹਨਾਂ ਜਗ੍ਹਾ ਕੀਤੀ ਤੋਂ ਲਾਜ਼ਮੀ ਕਰਾਰ ਦਿੱਤੀ ਸੀ, ਉੱਥੇ ਆਪਸ਼ਨਲ ਕਰਾਰ ਦੇਣਾ ਪਿਆ ਇਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ। ਔਰ ਇਹੀ ਹਾਲ ਰੁਜ਼ਗਾਰ ਦੇ ਫਰੰਟ ਤੇ ਹੈ। ਰੁਜ਼ਗਾਰ ਦੇ ਫਰੰਟ ਤੇ ਬਜਟ ਇੱਕ ਲੈਵਲ ਦਾ ਖਾਮੋਸ਼ ਹੈ। ਰੂਰਲ ਇੰਪਲਾਇਮੈਂਟ 'ਚ ਤੁਸੀਂ ਦੇਖੋ ਗਲਤ ਵਰਤਾਂਤ ਕਿਵੇਂ ਸਿਰਜਦੇ ਨੇ। ਕਹਿੰਦੇ ਨੇ ਮਨਰੇਗਾ ਤੇ ਜਿਹੜਾ ਹੈ ਜਿਹੜਾ ਆਪਾਂ ਘੱਟੋ ਘੱਟ 100 ਦਿਨ ਦਾ ਇੱਕ ਫੰਡਾਮੈਂਟਲ ਰਾਈਟ ਦੇ ਤੌਰ ਤੇ ਤੁਸੀਂ ਇੱਕ ਗੱਲ ਕੀਤੀ, ਤੇ ਉਹਦੇ 'ਚ ਕੀ ਰੱਖਦੇ ਹੋ 60,000 ਕਰੋੜ ਰੁਪਈਆ। ਪਿਛਲੇ ਸਾਲ ਬਜਟ 'ਚ ਰੱਖਿਆ ਸੀ 73,000 ਕਰੋੜ ਰੁਪਈਆ, ਪਰ ਕਿਉਂਕਿ ਡਿਮਾਂਡ ਡਰਿਵਨ ਹੈ, ਲੋਕਾਂ ਨੇ ਮੰਗ ਜ਼ਿਆਦਾ ਕੀਤੀ ਤਾਂ 99,000 ਕਰੋੜ ਰੁਪਈਆ ਖਰਚ ਹੋਇਆ। 73,000 ਕਰੋੜ ਰੱਖਿਆ ਸੀ, 99,000 ਕਰੋੜ ਖਰਚ ਕਰਨਾ ਪੈ ਗਿਆ ਐਸਟੀਮੇਟ ਦੇ ਅਨੁਸਾਰ। ਉਹ ਵੀ ਤਾਂ ਇਹਨਾਂ ਨੇ ਵਰਤਾਂਤ ਕੀ ਸਿਰਜਿਆ, ਕਹਿੰਦੇ ਜੀ ਇਕਨੋਮੀ ਬਿਲਡ ਹੋ ਗਈ, ਜਿਹੜੇ ਪਿੰਡਾਂ 'ਚ ਮਜ਼ਦੂਰ ਮਨਰੇਗਾ 'ਚ ਕੰਮ ਕਰਦੇ ਸੀ ਉਹਨਾਂ ਨੂੰ ਸ਼ਹਿਰ 'ਚ ਰੁਜ਼ਗਾਰ ਮਿਲਣ ਲੱਗ ਗਿਆ, ਇਸ ਕਰਕੇ ਇੰਨੇ ਪੈਸੇ ਦੀ ਲੋੜ ਹੈ ਨਹੀਂ। ਪਰ ਤੁਸੀਂ ਪਿਛਲੇ 3 ਸਾਲ ਦਾ ਡਾਟਾ ਦੇਖੋ, 3 ਸਾਲ ਦਾ ਡਾਟਾ ਇਹ ਹੈ ਕਿ ਕਰੋਨਾ ਦੇ ਦੌਰ 'ਚ ਤਾਂ 20 'ਚ ਤਾਂ ਇਹਨਾਂ ਨੂੰ ਹੋਰ 40,000 ਕਰੋੜ ਦੇਣਾ ਪਿਆ ਸੀ, 1,10,000 ਕਰੋੜ ਰੁਪਇਆ ਖਰਚ ਹੋਇਆ, ਬਲਕਿ 11,000 ਕਰੋੜ ਦੀ ਲੋੜ ਪਈ। ਫਿਰ 73,000 ਕਰੋੜ ਰੁਪਇਆ ਰੱਖਿਆ, 98,000 ਕਰੋੜ ਰੁਪਇਆ ਖਰਚ ਕਰਨਾ ਪਿਆ। ਫਿਰ 73,000 ਕਰੋੜ ਰੁਪਇਆ, 99,000 ਰੁਪਇਆ। ਪਹਿਲੇ ਸਾਲ 52 ਦਿਨ ਐਵਰੇਜ ਕੰਮ ਦਿੱਤਾ ਮੰਗਣ ਵਾਲਿਆਂ ਨੂੰ, ਦੂਜੇ ਸਾਲ ਉਹਦੇ 'ਚ 50 ਦਿਨ, ਐਤਕੀ 42 ਦਿਨ ਐਵਰੇਜ ਹੈ। ਤੁਸੀਂ ਜਿਹੜੇ ਮੰਗ ਰਹੇ ਨੇ ਉਹਨੂੰ ਵੀ 100 ਦਿਨ ਵੀ ਦੇਣਾ ਨਹੀਂ ਚਾਹੁੰਦੇ, ਕੰਮ ਦੇ ਦਿਨ ਵੀ ਲਗਾਤਾਰ ਘਟਾ ਰਹੇ ਹੋ। ਇਹਦਾ ਮਤਲਬ ਉਹ ਤਾਂ ਮੰਗ ਰਹੇ ਨੇ ਨਾ, ਜਿਹੜੇ ਬੰਦੇ ਕੰਮ ਲਈ ਜਾ ਰਹੇ ਨੇ, ਜਿਹੜਾ ਸ਼ਹਿਰ 'ਚ ਚਲਾ ਗਿਆ, ਜਿਹੜੇ ਬਾਕੀ ਮੰਗ ਰਹੇ ਨੇ ਬੰਦੇ, ਉਹਨਾਂ ਲਈ ਤੁਸੀਂ ਕੀ ਕਰ ਰਹੇ ਹੋ? ਤੇ ਉਹ ਬਜਟ ਕਿੱਥੋਂ ਆਏਗਾ ਤੇ ਕਿੱਥੇ ਰੁਜ਼ਗਾਰ ਮਾੜਾ ਮੋਟਾ ਜਿਹੜਾ ਉਹ ਰੋਜੀ ਰੋਟੀ ਦਾ ਸਾਧਨ ਹੈ ਜਿਹੜਾ ਤੁਸੀਂ ਕੀਤਾ ਸੀ? ਜਿਹੜਾ ਲਾਰਜਰ ਨੈਰੇਟਿਵ ਡਾਕਟਰ ਸਾਹਿਬ ਸਰਕਾਰ ਨੇ ਬਣਾਇਆ ਉਹ ਇਹ ਹੈ ਕਿ ਇਹਨਾਂ ਦੇ ਵਿੱਚੋਂ ਅਸੀਂ ਤਾਂ ਕਰਕੇ ਐਲੋਕੇਸ਼ਨਸ ਘਟਾਈਆਂ ਨੇ ਕਿਉਂਕਿ ਇਕਨੋਮਿਕ ਰਿਕਵਰੀ ਹੋ ਗਈ ਹੈ। ਕੋਵਿਡ ਨੇ ਜਿਹੜੀ ਕੋਈ ਆਪਦਾ ਲੈ ਆਉਂਦੀ ਸੀ ਉਹ ਪਾਸਾ ਰਿਕਵਰ ਹੋ ਗਿਆ। ਦੂਸਰੀ ਗੱਲ ਹੈ ਜੌਬਸ ਨਵੀਆਂ ਜਨਰੇਟ ਹੋ ਰਹੀਆਂ ਨੇ, ਨੌਨ ਫਾਰਮ ਇਕੋਨੋਮੀ ਵੀ ਉੱਪਰ ਨੂੰ ਚੜ੍ਹ ਰਹੀ ਹੈ, ਇਸ ਕਰਕੇ ਉਹ ਦਬਾਅ ਹਟ ਗਿਆ। ਇਸ ਲਈ ਜਿਹੜਾ ਡਰਾਈਵਰ ਆਫ ਗਰੋਥ ਹੈ ਜਿਹੜਾ ਉਹ ਮਨਰੇਗਾ ਦੇ ਥਰੂ ਪੈਸੇ ਦੇਣਾ ਜਾਂ PM ਕਿਸਾਨ ਦੇ ਥਰੂ ਪੈਸੇ ਦੇਣਾ, ਉਹ ਡਰਾਈਵਰ ਆਫ ਗਰੋਥ ਨਹੀਂ, ਉਹ ਲੋੜ ਵੇਲੇ ਐਮਰਜੈਂਸੀ ਮੈਜਰ ਹੁੰਦੇ ਨੇ। ਸਾਡਾ ਡਰਾਈਵਰ ਆਫ ਗਰੋਥ ਇਹ ਹੈ ਕਿ ਅਸੀਂ ਕੈਪੀਟਲ ਅਸੈਟ ਬਣਾਵਾਂਗੇ, ਇਨਫਰਾਸਟ੍ਰਕਚਰ ਨੂੰ ਬਣਾਵਾਂਗੇ, ਅਸੀਂ ਉਹਦੇ ਵਿੱਚ ਪੈਸੇ ਪਾ ਰਹੇ ਹਾਂ। ਇਹ ਮਤਲਬ ਇੱਕ ਤਾਂ ਇਸ ਲੌਜਿਕ ਨੂੰ ਤੁਸੀਂ ਰਿਸਪੌਂਡ ਕਰੋ ਕਿ ਕਿੱਥੋਂ ਤੱਕ ਠੀਕ ਹੈ। ਦੂਸਰਾ ਕਿਉਂਕਿ ਤੁਹਾਡੀ ਜਿਹੜੀ ਮਹਾਰਤ ਹੈ ਨਾ ਕਿ ਤੁਹਾਨੂੰ ਇਹਦੇ ਨਾਲ ਫਰਕ ਪੈਂਦਾ ਵੀ ਇਹਦੇ ਨਾਲ 7 ਸਿਫਰਾਂ ਲੱਗੀਆਂ ਨੇ ਕਿ 8 ਲੱਗੀਆਂ ਨੇ ਕਿ 10 ਲੱਗੀਆਂ ਨੇ, ਤੁਸੀਂ ਉਹਨਾਂ ਵੱਡੀਆਂ ਰਕਮਾਂ ਨੂੰ ਸਮਝਦੇ ਹੋ। ਮੈਂ ਸਾਦਾ ਆਦਮੀ ਹਾਂ, ਮੈਨੂੰ ਇਹ ਪਤਾ ਹੁੰਦਾ ਵੀ ਕਰੋੜ ਕੁ ਰੁਪਈਆ ਕਿੰਨਾ ਕੁ ਹੁੰਦਾ, ਇਹਦੇ 'ਚੋਂ ਅਮੀਰ ਆਦਮੀ ਦੀ ਕਾਰ ਆ ਜਾਂਦੀ ਹੈ, 5 ਕਰੋੜ ਨਾਲ 5 ਕਾਰਾਂ ਆ ਜਾਂਦੀਆਂ ਹੋਣਗੀਆਂ। ਉਸ 1,73,000 ਕਰੋੜ ਕਿੰਨਾ ਹੁੰਦਾ ਹੈ, ਇਹਦੇ ਲਈ ਸਮਝਣ ਲਈ ਮੇਰੇ ਕੋਲ ਕੋਈ ਫਰੇਮਵਰਕ ਨਹੀਂ ਹੁੰਦਾ। ਆਮ ਆਦਮੀ ਦੇ ਨਾਲ ਇਹੀ ਹਾਲ ਹੁੰਦਾ ਨਾ। ਅਸੀਂ ਤਾਂ ਜਦੋਂ ਇਸ ਵੇਲੇ ਜਦੋਂ ਇਹ ਡਿਬੇਟ ਦੀ ਤਿਆਰੀ ਕਰਨ ਲਈ ਤੁਸੀਂ 10 ਦਿਨ ਬਿਤਾਉਂਦੇ ਹੋ, ਫਿਰ ਤੁਹਾਨੂੰ ਲੱਗਦਾ ਕਿ ਲੋਕ ਇਹਨੂੰ ਕਿਸ ਤਰ੍ਹਾਂ ਸਮਝਦੇ ਹੋਣਗੇ। ਮੈਂ ਕਈ ਵਾਰੀ ਸੋਚਦਾ ਕਿ ਐਂਕਰ ਕਿਵੇਂ ਤਿਆਰੀ ਕਰੇ ਕਿ ਇਹਨੂੰ ਬਹੁਤ ਸਾਦਾ ਕਰ ਦਿੱਤਾ ਜਾਵੇ, ਬਟ ਦੇਰ ਇਜ਼ ਅ ਲਿਮਿਟ। ਜਿਸ ਹੱਦ ਤੱਕ ਸਾਦਗੀ ਜਾਏਗੀ ਉਹਦੀਆਂ ਬਰੀਕੀਆਂ ਵਿੱਚ ਪੈਣਾ ਹੀ ਪਏਗਾ ਲੋਕਾਂ ਨੂੰ। ਸਾਨੂੰ ਲਗਾਤਾਰ ਇੱਕ ਫਾਈਨੈਂਸ਼ੀਅਲ ਲਿਟਰੇਸੀ, ਬਜਟ ਲਿਟਰੇਸੀ, ਉਸ ਕਿਸਮ ਦੀ ਖਲਕਤ ਦੇ ਇੱਕ ਹਿੱਸੇ ਦੀ ਕ੍ਰੀਏਟ ਕਰਨੀ ਪਏਗੀ। ਉਹ ਆਪੋਜੀਸ਼ਨ ਨਹੀਂ ਕਰ ਪਾ ਰਹੀ, ਉਸ ਤਰ੍ਹਾਂ ਦਾ ਨਹੀਂ ਕਰ ਪਾ ਰਹੀ। ਹੁਣ ਮੈਂ 3 ਮਿਨਿਸਟਰੀਆਂ ਨੇ, ਇੱਕ ਰੂਰਲ ਡਿਵੈਲਪਮੈਂਟ ਦੀ ਜਿਹੜੀ ਮਿਨਿਸਟਰੀ ਆਫ ਐਗਰੀਕਲਚਰ ਹੈ, ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਹੈ, ਤੇ ਜਿਹੜੀ ਐਲਾਈਡ ਸੈਕਟਰਸ ਵਾਲੀ ਜਿਹਦੇ 'ਚ ਫਿਸ਼ਰੀਜ਼, ਐਨੀਮਲ ਹਸਬੈਂਡਰੀ, ਡੇਅਰੀ ਵਗੈਰਾ ਸਾਰੀ ਆ ਜਾਂਦੀ ਹੈ। ਹੁਣ ਉਹਨਾਂ ਦੇ ਬਜਟ ਜਿਵੇਂ ਹਮੀਰ ਜੀ ਕਹਿ ਰਹੇ ਨੇ, ਮੈਂ ਉਹ ਦੇਖ ਰਿਹਾ ਸੀ ਵੀ
ਇਹ ਤਿੰਨਾਂ ਮਿਨਿਸਟਰੀਆਂ ਦੇ ਕੁੱਲ ਮਿਲਾ ਕੇ ਇਹ ਟੋਟਲ ਬਜਟ ਦਾ ਕਿੰਨਾ ਪਰਸੈਂਟ ਹੁੰਦਾ? ਇਸ ਮਿਨਿਸਟਰੀ ਦਾ ਬਜਟ ਟੋਟਲ ਬਜਟ ਦਾ ਕਿੰਨਾ ਪਰਸੈਂਟ ਹੈ? GDP ਦੇ ਸ਼ੇਅਰ ਅਨੁਸਾਰ ਕਿੰਨਾ ਪਰਸੈਂਟ ਹੈ? ਉਹ ਰਕਮਾਂ ਇੰਨੀਆਂ ਸ਼ਰਮਨਾਕ ਨੇ ਕਿ ਜੇ ਆਪੋਜੀਸ਼ਨ ਕੇਵਲ ਇਹ ਕਹਿ ਦੇ ਕਿ ਸਰਕਾਰ ਇਹ ਕਹਿ ਰਹੀ ਹੈ, ਉਸ ਤੋਂ ਬਾਅਦ ਕੋਈ ਕ੍ਰਿਟਿਸਾਈਜ਼ ਨਾ ਕਰੇ, ਤਾਂ ਵੀ ਲੋਕੀ ਪੱਥਰ ਲੈ ਕੇ ਪਾਰਲੀਮੈਂਟ ਵੱਲ ਤੁਰ ਪੈਣ। ਪਰ ਉਹ ਨੈਰੇਟਿਵ ਇੰਨਾ ਕਲੀਅਰ ਲੋਕਾਂ ਨੂੰ ਸਮਝਾ ਕਿਉਂ ਨਹੀਂ ਪਾਉਂਦੇ? ਦੇਖੋ SP ਜੀ ਹਮੀਰ ਸਿੰਘ ਜੀ ਨੇ ਜਿਵੇਂ ਕਿਹਾ ਰਿਓੜੀਆਂ ਵਾਲੀ ਗੱਲ, ਪਹਿਲੀ ਗੱਲ ਇਹ ਬਜਟ ਜਿਹੜਾ ਹੈ ਇਹ ਸਮਝਣ ਦੀ ਲੋੜ ਹੈ। ਸਮਝਾ ਹੀ ਨਹੀਂ ਪਾ ਰਹੇ, ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਦੇ। ਬਿਲਕੁਲ, ਇਹ ਰਿਓੜੀਆਂ ਤਾਂ ਵੰਡ ਰਹੇ ਨੇ, ਪਰ ਕਿਹਨੂੰ ਵੰਡਣੀਆਂ ਨੇ ਇਹ ਫੈਸਲਾ ਹੈ। ਉਹ ਫੈਸਲਾ ਆਪਾਂ ਦੇਖ ਹੀ ਲਿਆ, ਪਿਛਲੇ ਦਿਨਾਂ 'ਚ ਅਖਬਾਰਾਂ ਭਰੀਆਂ ਹੋਈਆਂ ਨੇ ਵੀ ਰਿਓੜੀਆਂ ਕਿੱਥੇ ਗਈਆਂ ਨੇ, ਤੇ ਕਿਵੇਂ ਉਹਨੇ ਖਰਾਬ ਵੀ ਕਰੀ ਗਿਆ, ਝੂਠ ਵੀ ਬੋਲੀ ਗਿਆ, ਇਹ ਸਭ ਦੇਖ ਲਿਆ। ਹੁਣ ਜਿਹੜੇ ਆਪੋਜੀਸ਼ਨ ਨਹੀਂ ਸਮਝਾ ਪਾ ਰਹੀ, ਆਪੋਜੀਸ਼ਨ ਵੀ ਤਾਂ ਉਸੇ ਵਰਤਾਂਤ ਨੂੰ ਸਿਰਜਦੀ ਹੈ ਜਿਹੜਾ ਵਰਤਾਂਤ ਮੋਦੀ ਜੀ ਸਿਰਜ ਰਹੇ ਨੇ, ਸਵਾਏ ਇੱਧਰ ਉੱਧਰ ਮਾੜਾ ਮੋਟਾ ਇੱਥੋਂ ਚੱਕ ਕੇ ਇੱਥੇ ਰੱਖਣਾ, ਇੱਥੋਂ ਚੱਕ ਕੇ ਇੱਥੇ ਰੱਖਣਾ। ਕੋਈ ਬਜਟ ਪਹਿਲੀ ਵਾਰ ਤਾਂ ਬਣ ਨਹੀਂ ਰਿਹਾ, ਕੋਈ 2014 ਤੋਂ ਨਹੀਂ ਬਣ ਰਿਹਾ, ਕੋਈ 1998 ਤੋਂ ਅਟਲ ਬਿਹਾਰੀ ਵਾਜਪਾਈ ਜੀ ਵੇਲੇ ਨਹੀਂ ਨਵਾਂ ਬਣ ਗਿਆ, ਕਿਉਂਕਿ ਇਹਨਾਂ ਨੇ ਇਹ ਵਰਤਾਂਤ ਸਿਰਜਤਾ ਨਾ ਵੀ ਇੱਕ ਤਾਂ ਵਾਜਪਾਈ ਸਾਹਿਬ ਦੀ ਸਰਕਾਰ ਵੇਲੇ, ਇੱਕ ਹੁਣ ਮੋਦੀ ਸਾਹਿਬ ਦੀ ਸਰਕਾਰ, ਜਾਣੀ ਕਿ NDA ਦੀ ਸਰਕਾਰ ਵੇਲੇ ਸਿਰਫ ਦੇਸ਼ ਨੇ ਤਰੱਕੀ ਕਰੀ ਹੈ, ਬਾਕੀ ਨਹੀਂ ਕਰੀ। ਹੁਣ ਆਪਾਂ ਇਹ ਬਜਟ 'ਚ ਆਉਂਦੇ ਹਾਂ ਜੀ। ਜਦ ਅਸੀਂ ਰੂਰਲ ਏਰੀਏ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਭਾਰਤ ਦੀ 68.7% ਆਬਾਦੀ ਇਹ ਪਿੰਡਾਂ 'ਚ ਰਹਿ ਰਹੀ ਹੈ, 31.3% ਸ਼ਹਿਰਾਂ 'ਚ ਹੈ। ਜੇ 2/3 ਤੋਂ 2/3 ਤੋਂ ਵੱਧ ਆਬਾਦੀ ਪਿੰਡਾਂ 'ਚ ਰਹਿ ਰਹੀ ਹੈ ਤਾਂ ਬਜਟ ਦਾ ਹਿੱਸਾ ਵੀ ਉਹਨਾਂ ਨੂੰ ਜ਼ਿਆਦਾ ਜਾਣਾ ਚਾਹੀਦਾ, ਖਾਸ ਕਰਕੇ ਜਿਹੜਾ ਖਰਚੇ ਵਾਲਾ ਬਜਟ ਹੈ। ਇੱਕ ਦੂਜਾ ਇਹ ਹੈ ਕਿ ਉਹੀ ਜਿਹੀਆਂ ਸਕੀਮਾਂ ਲਿਆਉਣੀਆਂ ਚਾਹੀਦੀਆਂ ਨੇ ਜਿਹਦੇ 'ਚ ਉਹਨਾਂ ਪਿੰਡਾਂ ਦੇ ਜਿਹੜੀ ਐਡੀ ਵੱਡੀ ਆਬਾਦੀ ਹੈ ਉਹਨੂੰ ਰੁਜ਼ਗਾਰ ਮਿਲੇ, ਉਹਨੂੰ ਸਿਹਤ ਮਿਲੇ, ਉਹਨੂੰ ਸਿੱਖਿਆ ਮਿਲੇ। ਇਹ ਤੁਹਾਡਾ ਸੈਂਟੈਂਸ, ਕਿਉਂਕਿ ਤੁਸੀਂ ਕਿਹਾ ਵੀ 2/3 ਆਬਾਦੀ ਪਿੰਡਾਂ ਵਿੱਚ ਹੈ। ਹਮੀਦ ਜੀ ਨੇ ਗੱਲ ਕੀਤੀ ਸੀ ਸ਼ੇਅਰ ਦੀ, ਵੀ ਟੋਟਲ ਬਜਟ ਦਾ ਕਿੰਨਾ ਸ਼ੇਅਰ ਹੈ। ਸੋ ਇਹ ਆਪਾਂ ਕਲੀਅਰ ਕਰ ਦਈਏ ਲੋਕਾਂ ਨੂੰ ਕਿ ਤਿੰਨਾਂ ਮਿਨਿਸਟਰੀਆਂ ਦਾ ਤੁਸੀਂ ਬਜਟ ਐਡ ਕਰ ਲਓ, ਐਗਰੀਕਲਚਰ ਦਾ, ਆਈਲੈਂਡ ਸੈਕਟਰ ਦਾ ਤੇ ਰੂਰਲ ਡਿਵੈਲਪਮੈਂਟ ਦਾ। ਇਹ ਟੋਟਲ ਬਜਟ ਦਾ ਸ਼ੇਅਰ ਦਾ ਪਿਛਲੇ 7 ਸਾਲਾਂ 'ਚ 6.3% ਤੋਂ ਲੈ ਕੇ 10.5% ਤੱਕ ਰਿਹਾ। ਸੋ ਤੁਸੀਂ 6%, 7%, 8% ਬਜਟ 2/3 ਦੇਸ਼ ਦੀ ਪਾਪੂਲੇਸ਼ਨ ਨੂੰ ਦਿੰਦੇ ਹੋ, 6% ਤੋਂ ਲੈ ਕੇ 10% ਤੱਕ। ਇੱਕ ਹੋਰ ਇਹ 10% ਦੀ ਪੀਕ ਵੀ ਉਹ ਕੋਵਿਡ-19 ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਰਿਲੀਫ ਪੈਕੇਜ ਉਹਦੇ ਕਰਕੇ ਹੈ, ਅਦਰਵਾਈਜ਼ ਉਹ 7% ਦੇ ਨੇੜੇ ਤੇੜੇ। ਹੋਰ ਅੰਕੜਾ ਦਿੰਦਾ, ਇਹ ਬਜਟ ਜਿਹੜਾ ਹੈ ਇਹ 45,03,097 ਕਰੋੜ ਦਾ ਹੈ। ਬਸ ਇੱਥੇ ਆ ਕੇ ਰਕਮਾਂ ਟੋਟਲ ਐਡੀ ਵੱਡੀ ਰਕਮ ਹੈ 45 ਲੱਖ ਕਰੋੜ। ਇਹ ਪਿਛਲੇ ਸਾਲ ਇਹ 41,87,000 ਕਰੋੜ ਸੀ ਜੀ। ਸੋ ਜੇ ਇਹ ਤਕਰੀਬਨ ਕਹ ਲਓ ਪੌਣੇ 42 ਲੱਖ ਕਰੋੜ ਸੀ, ਜੇ 3.25 ਲੱਖ ਕਰੋੜ ਵਧਿਆ ਤਾਂ ਮਤਲਬ 8% ਵਧਿਆ, 7.5%। ਪਰ ਜੇ ਅਸੀਂ ਦੇਖੀਏ ਵੀ ਰੂਰਲ ਪੇਂਡੂ ਖੇਤਰ ਨੂੰ, ਉੱਥੇ ਪਹਿਲੀ ਗੱਲ ਤਾਂ ਇਹ ਬਜਟ ਉੱਥੇ ਖੜਾ ਹੈ ਜਾਂ ਉਦੋਂ ਘਟਾਇਆ ਹੈ। ਅਸੀਂ ਘਟਾਉਣਾ ਦੀ ਗੱਲ ਮੈਂ ਆਉਣਾ ਬਾਅਦ 'ਚ। ਇੱਕ ਹੋਰ ਫਿਗਰ ਮੈਂ ਦੱਸਣੀ ਚਾਹੁੰਦਾ ਵੀ ਇਹਦੇ ਵਿੱਚ ਅਰਥਚਾਰਾ ਜਿਹੜਾ ਵਿਕਾਸ ਦਾ ਮਾਡਲ ਇਹਨਾਂ ਨੇ ਕਿਹਾ, ਜਿਹਦੇ 'ਚ ਅਸੀਂ ਕਹਿੰਦੇ ਵੀ ਅਸੀਂ ਲੋਕਾਂ ਨੂੰ ਤਾਂ ਫਿਰ ਪਿੰਡਾਂ ਦੇ ਲੋਕਾਂ ਨੂੰ ਵੀ ਵਿਕਾਸ ਹੋਣਾ ਹੈ ਨਾ, ਉਹਦੇ ਵਿੱਚ ਜਿਹੜਾ ਵਿਆਜ ਹੈ ਉਹ ਤਾਂ ਦੇਣਾ ਪੈ ਰਿਹਾ ਹੈ 10,97,000 ਕਰੋੜ, ਤਕਰੀਬਨ 11,000 ਕਰੋੜ ਵਿਆਜ। ਤੇ ਇਹਨਾਂ ਸਾਰੀਆਂ ਸਕੀਮਾਂ ਵਿੱਚ ਮਨਰੇਗਾ ਆ ਗਿਆ, ਵਿੱਚ ਲੋਕਾਂ ਨੂੰ ਫੂਡ ਸਿਕਿਉਰਿਟੀ ਪ੍ਰੋਗਰਾਮ ਆ ਗਿਆ, ਵਿੱਚ ਮਿਡ ਡੇ ਮੀਲ ਪ੍ਰੋਗਰਾਮ ਆ ਗਿਆ, ਵਿੱਚ ਤੁਸੀਂ ਉਹਨਾਂ ਨੂੰ ਸਬਸਿਡੀ ਆ ਗਈ ਇਹਦੀ ਫਰਟੀਲਾਈਜ਼ਰ ਦੀ, ਵਿੱਚ ਰੂਰਲ ਡਿਵੈਲਪਮੈਂਟ ਦਾ ਆ ਗਿਆ, ਵਿੱਚ ਸੋਸ਼ਲ ਸਿਕਿਉਰਿਟੀ ਦਾ ਆ ਗਿਆ, ਵਿੱਚ IT ਦਾ ਆ ਗਿਆ, ਇਹ ਸਾਰੇ ਵਿੱਚ ਇਹ ਆ ਗਿਆ ਜਿਹੜਾ ਐਜੂਕੇਸ਼ਨ ਦਾ, ਵਿੱਚ ਹੈਲਥ ਦਾ, ਇਹ ਸਾਰਾ ਰਲਾ ਕੇ ਉਹਦਾ 80% ਹੈ। ਜਿੰਨਾ ਵਿਆਜ ਕੱਲਾ ਵਿਆਜ ਦੇਣਾ ਪੈ ਰਿਹਾ ਹੈ ਉਹਦਾ ਉਹ ਤੋਂ ਵੀ ਘੱਟ ਹੈ। ਇਹ ਸਾਰਾ ਕੁਛ ਰਲਾ ਕੇ ਮੌਤ ਦਾ ਸਾਮਾਨ ਹੈ ਬੇਸਿਕਲੀ, ਸਿੱਧੀ ਗੱਲ ਹੈ ਵੀ ਤੁਸੀਂ ਜਿਹਨੂੰ ਸੋ ਕਾਲਡ ਵਿਕਾਸ ਕਹਿੰਦੇ ਉਹਦੇ ਹਾਲਾਂਕਿ ਸ਼ਹਿਰੀ ਪਿੰਡ ਸਾਰਾ ਰਲਿਆ ਹੋਇਆ। ਇੱਕ ਪਾਸੇ ਤੁਸੀਂ ਪੌਣੇ 11 ਕਰੋੜ ਲਾ ਰਹੇ ਹੋ, ਦੂਜੇ ਪਾਸੇ ਤੁਸੀਂ 8 ਲੱਖ ਕਰੋੜ ਲਾ ਰਹੇ ਹੋ। ਪੌਣੇ 11 ਲੱਖ ਕਰੋੜ ਦੀ ਬਜਾਏ 8 ਲੱਖ ਕਰੋੜ ਇਹਨਾਂ ਸਾਰੀਆਂ ਸਕੀਮਾਂ 'ਚ 10-12 ਸਕੀਮਾਂ 'ਤੇ, ਜਿਹਦੇ ਵਿੱਚ ਬੜਾ ਦਮਜੇ ਮਾਰ ਸਰਕਾਰ ਨੇ ਆਪਣੀ ਤਸਵੀਰ ਆਪਣਾ ਚਿਹਰਾ ਚੰਗਾ ਕਰਨਾ ਹੁੰਦਾ ਨਾ। ਮੈਂ ਬ੍ਰੇਕ ਲਈ ਰੁਕ ਰਿਹਾ। ਦਿਲ ਤੇ ਮੇਰਾ ਕਰਦਾ ਹੈ ਵੀ ਇਹਨਾਂ ਦੇ ਵਿੱਚੋਂ ਨਾ ਇੱਕ ਸਕੀਮ ਨੂੰ ਲੈ ਕੇ ਤੇ ਪੂਰਾ ਡਿਬੇਟ ਕੀਤਾ ਜਾਵੇ, ਉਹਦੀਆਂ ਬਰੀਕੀਆਂ ਜਾਇਆ ਜਾਵੇ। ਮੈਨੂੰ ਇਹ ਵੀ ਨਹੀਂ ਸਮਝ ਆਉਂਦੀ ਕਿ ਇੰਨੀਆਂ ਬਰੀਕੀਆਂ ਨੂੰ ਦਰਸ਼ਕ ਨਾਲ ਕਿਵੇਂ ਸਾਂਝਾ ਕੀਤਾ ਜਾਵੇ। ਕੀ ਐਂਕਰਾਂ ਨੂੰ ਬਲੈਕ ਬੋਰਡ ਲੈ ਕੇ ਤੇ ਹੱਥ 'ਚ ਚੌਕ ਫੜ ਕੇ ਪੜ੍ਹਾਉਣਾ ਸ਼ੁਰੂ ਕਰ ਦੇਣਾ ਚਾਹੀਦਾ, ਗੱਲ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ, ਪਹਿਲਾਂ ਆਪ ਪੜ੍ਹਨ ਜਾਣਾ ਚਾਹੀਦਾ, ਰਕਮਾਂ ਨੂੰ ਸਮਝਣਾ ਚਾਹੀਦਾ। ਵੀ ਨੀਡ ਟੂ
ਸਾਨੂੰ ਜ਼ਰੂਰਤ ਹੈ ਆਏਗਾ, ਇਹਨਾਂ ਡਿਬੇਟਸ ਨੂੰ ਹੋਰ ਇੰਟੈਲੀਜੈਂਟ ਤਰੀਕੇ ਨਾਲ ਸਮਝਣ ਦੀ ਤੇ ਉਹਨਾਂ ਢੰਗ ਤਰੀਕਿਆਂ ਨੂੰ ਸਿੱਖਣ ਦੀ, ਜਿਹਦੇ ਨਾਲ ਲੋਕਾਂ ਤੱਕ ਇਹ ਕਮਿਊਨੀਕੇਟ ਹੋ ਸਕੇ। ਲੋਕਾਂ ਦਾ ਇਹ ਕੰਮ ਨਹੀਂ ਹੁੰਦਾ ਕੋਈ ਬੈਠ ਕੇ ਇਹਨਾਂ ਰਕਮਾਂ ਨੂੰ ਪੜਨ, ਉਹਨਾਂ ਨੂੰ ਜਾਪਦਾ ਕੋਈ ਇਹ ਕੰਮ ਕਰ ਰਿਹਾ ਹੋਵੇਗਾ, ਤੇ ਨਾਰਮਲੀ ਇਹ ਉਮੀਦ ਆਪੋਜੀਸ਼ਨ ਤੋਂ ਹੁੰਦੀ ਹੈ, ਤੇ ਉਹ ਆਪੋਜੀਸ਼ਨ ਵੀ ਉਸ ਤੋਂ ਭਗੌੜਾ ਹੋਈ ਹੈ। ਤਾਂ ਫਿਰ ਜਿਹੜੇ ਇਹ ਤੁਹਾਡੇ ਵਰਗੇ ਵਿਚਕਾਰ ਮੀਡੀਏਟਿੰਗ ਲੋਕ ਨੇ, ਉਹਨਾਂ ਨੂੰ ਉਹ ਸਾਰੇ ਵੱਲ ਸਿੱਖਣੇ ਪੈਣਗੇ ਕਿ ਤੁਸੀਂ ਜਿਹੜੀਆਂ ਮਤਲਬ ਕੰਪਲੈਕਸ ਇਕਨੋਮਿਕ ਫਾਰਮੂਲੇਸ਼ਨਸ ਨੇ ਉਹ ਵੀ ਸਮਝੋ, ਤੇ ਫਿਰ ਲੋਕਾਂ ਦੀ ਭਾਸ਼ਾ ਦੇ ਵਿੱਚ ਵੀ ਸਮਝਾਓ। ਸੋ ਮੈਂ ਇਹ ਕਹਿ ਰਿਹਾ ਸੀ ਕਿ ਸਰਕਾਰ ਨੇ ਜਦੋਂ ਆਪਣੀ ਤਸਵੀਰ ਚੰਗੀ ਕਰਨੀ ਹੋਏ ਤਾਂ ਕਹਿਣਗੇ ਗਰਗ ਸਾਹਿਬ ਦੇ ਸਾਰੇ ਅੰਕੜੇ ਠੀਕ ਨੇ, ਬਸ ਇਹਦੇ 'ਚ 20 ਲੱਖ ਕਰੋੜ ਰੁਪਇਆ ਐਗਰੀਕਲਚਰ ਕ੍ਰੈਡਿਟ ਦਾ ਪਾ ਲਵੋ, ਤੇ ਕਿੱਡੀ ਸੋਹਣੀ ਤਸਵੀਰ ਹੋ ਜਾਂਦੀ ਹੈ, ਤੇ ਲੋਕੀ ਕਹਿਣਗੇ ਵੀ ਸਰਕਾਰ ਠੀਕ ਕਹਿ ਰਹੀ ਹੈ। ਹੁਣ ਉਹ ਐਗਰੀਕਲਚਰ ਕ੍ਰੈਡਿਟ ਕੰਬਖਤ ਕੀ ਚੀਜ਼ ਹੁੰਦੀ ਹੈ, ਇਹਨੂੰ ਬੈਠ ਕੇ ਕਿਸੇ ਦਿਨ ਇੱਕ ਡਿਬੇਟ ਤੇ ਫਿਰ ਰੱਖਿਆ ਜਾਵੇ। ਗੱਲਬਾਤ ਜਾਰੀ ਰੱਖਾਂਗੇ। ਕੁਝ ਵੀ ਧਮਾਕੇਦਾਰ ਨਹੀਂ ਹੈ, ਕੁਝ ਵੀ ਪਟਾਕੇ ਪਾਉ ਨਹੀਂ ਹੈ, ਬਸ ਜ਼ਿੰਦਗੀ ਤੇ ਮੌਤ ਦਾ ਸਮਾਨ ਹੈ। ਦਿਲ ਕਰੇ ਤਾਂ ਵਾਪਸ ਆ ਜਾਣਾ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਬਜਟ ਦੇ ਵਿੱਚ ਜਿਹੜਾ ਪੇਂਡੂ ਖੇਤਰ ਦਾ ਕੰਪੋਨੈਂਟ ਹੈ, ਚਾਹੇ ਉਹਦਾ ਸੰਬੰਧ ਮਨਰੇਗਾ ਨਾਲ ਹੋਵੇ, ਚਾਹੇ ਗਰੀਬਾਂ ਲਈ ਘਰ ਬਣਾਉਣ ਵੱਲ ਹੋਵੇ, ਚਾਹੇ PM ਕਿਸਾਨ ਦੇ ਵਿੱਚ ਉਸ ਪੈਸੇ ਨਾਲ ਹੋਵੇ ਜਿਹੜਾ 6000 ਰੁਪਇਆ ਹਰ ਸਾਲ ਦਾ ਇੱਕ ਪਰਿਵਾਰ ਨੂੰ ਮਿਲਣਾ, 11 ਕਰੋੜ ਪਰਿਵਾਰਾਂ ਨੂੰ ਹਿੰਦੁਸਤਾਨ ਦੇ ਵਿੱਚ ਮਿਲ ਰਿਹਾ, ਤੇ ਚਾਹੇ ਡੇਅਰੀ ਦੇ ਧੰਦੇ ਨਾਲ ਹੋਵੇ। ਕੁੱਲ ਉਹ ਪੈਸਾ ਕਿੰਨਾ ਦੇਸ਼ ਦੀ ਦੌਲਤ ਦਾ ਜਿਹਦੀ ਬੰਦੋਬਸਤ ਕੀਤਾ ਗਿਆ ਕਿ ਇਸ ਸਾਲ ਲੋਕਾਂ ਦੇ ਉੱਤੇ ਖਰਚ ਕੀਤੀ ਜਾਣੀ ਹੈ, ਜਾਂ ਜਿਹਦਾ ਬੰਦੋਬਸਤ ਸਰਕਾਰ ਨੇ ਕਰਨਾ ਹੈ। ਇਹਦੇ ਨਾਲ ਤੁਹਾਨੂੰ ਥਰਮਾਮੀਟਰ ਲਾ ਕੇ ਪਤਾ ਲੱਗ ਜਾਂਦਾ ਕਿ ਸਰਕਾਰ ਤੁਹਾਡੇ ਬਾਰੇ ਕਿੰਨੀ ਕੁ ਚਿੰਤਾ ਵਿੱਚ ਹੈ ਤੇ ਬਾਕੀ ਦੀ ਚਿੰਤਾ ਕਿਹਨਾਂ ਲਈ ਕਰ ਰਹੀ ਹੈ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਡਾਕਟਰ ਪਿਆਰ ਲਾਲ ਗਰਗ ਜੀ ਅਤੇ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਅਜਿਹਾ ਨਹੀਂ ਹੈ ਕਿ ਸਰਕਾਰ ਪੈਸਾ ਲਾ ਨਹੀਂ ਰਹੀ ਹੈ, ਉਹਨਾਂ ਨੇ ਇੱਕ ਆਪਣਾ ਵਿਊ ਬਣਾਇਆ ਕਿ ਪੈਸਾ ਅਸੀਂ ਰੂਰਲ ਸਾਈਡ ਦੇ ਉੱਤੇ ਲਗਾਵਾਂਗੇ, ਜਿਹੜੇ PM ਆਵਾਸ ਯੋਜਨਾ ਦੇ ਵਿੱਚ ਪੈਸਾ ਲਗਾਵਾਂਗੇ, ਘਰ ਬਣਨਗੇ। ਉਹਦਾ ਉਹਨਾਂ ਨੇ ਬਜਟ ਵਾਕਈ ਵਧਾਇਆ 48,000 ਕਰੋੜ ਤੋਂ 54,000 ਕਰੋੜ ਕਰ ਦਿੱਤਾ। ਫਿਰ ਉਹਨਾਂ ਨੇ ਇੱਕ ਜਿਹੜਾ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਨ ਦੀ ਗੱਲ ਕੀਤੀ ਹੈ ਕਿ ਹਰ ਘਰ ਤੱਕ ਟੂਟੀ ਰਾਹੀਂ ਪਾਣੀ ਪਹੁੰਚੇਗਾ। ਉਹ ਜਲ ਜੀਵਨ ਮਿਸ਼ਨ ਹੈ ਉਹਨਾਂ ਦਾ, ਹਰ ਘਰ ਜਲ ਦੀ ਉਹਨਾਂ ਦੀ ਸਕੀਮ ਹੈ। ਉਹਦੇ ਵਿੱਚ ਡਾਇਰੈਕਟ ਸਪਲਾਈ ਲਈ ਉਹ 60,000 ਕਰੋੜ ਪਹਿਲਾਂ ਸੀ, ਜਿਹੜਾ ਕਿ ਵਿਚ ਵਾਜ਼ ਅ ਸਿਗਨੀਫੀਕੈਂਟ ਅਮਾਊਂਟ, ਉਹਨੂੰ ਉਹਨਾਂ ਨੇ 70,000 ਕਰੋੜ ਕੀਤਾ। ਸਵੱਛ ਭਾਰਤ ਦਾ ਵੀ ਉਹਨਾਂ ਨੇ ਬਜਟ ਵਧਾਇਆ 60,000 ਕਰੋੜ ਤੋਂ 77,000 ਕਰੋੜ ਉਹਨਾਂ ਨੇ ਕਰ ਦਿੱਤਾ। ਕੁਝ ਹੋਰ ਵੀ ਨੇ, ਜਿਹੜਾ ਲਾਈਵਲੀਹੁੱਡ ਮਿਸ਼ਨ ਜਿਹਦੇ 'ਚ ਬਣਾਇਆ ਸੀਗਾ NRLM ਵਾਲਾ, ਜਿਹਦੇ 'ਚੋਂ ਸੀਗਾ ਕਿ ਆਪਣੇ ਸੈਲਫ ਇੰਪਲੋਇਮੈਂਟ ਵਗੈਰਾ ਦੇ ਉੱਤੇ, ਐਂਟਰਪ੍ਰੀਨਰਸ਼ਿਪ ਦੇ ਉੱਤੇ ਖਰਚ ਕਰਨਗੇ, ਉਹ ਵੀ 13,500 ਕਰੋੜ ਤੋਂ ਲਗਭਗ 14,000 ਕਰੋੜ ਤੋਂ ਜ਼ਿਆਦਾ ਹੀ ਕਰ ਦਿੱਤਾ। MORD ਤੋਂ ਹੋਰ ਵੀ ਪਾਵਰਟੀ ਐਲੀਵੇਸ਼ਨ ਦੇ ਕੁਝ ਪ੍ਰੋਜੈਕਟ ਨੇ ਸੈਲਫ ਇੰਪਲੋਇਮੈਂਟ ਵਾਲੇ, ਉਹਨਾਂ ਦੇ ਵਿੱਚ ਵੀ ਉਹਨਾਂ ਨੇ ਪੈਸਾ ਵਧਾਇਆ। ਸੋ ਇੱਕ ਆਰਗੂਮੈਂਟ ਉਹਨਾਂ ਨੇ ਇਹ ਬਣਾਇਆ, ਔਰ ਨਿਰਮਲਾ ਸੀਤਾਰਮਨ ਇਹ ਗੱਲ ਆਪਣੀ ਸਫਾਈ ਵਿੱਚ ਕਹਿ ਵੀ ਰਹੇ ਸਾਨੂੰ, ਕਹਿੰਦੇ ਨੇ ਜੇ ਮਨਰੇਗਾ ਦੇ ਵਿੱਚ ਅਸੀਂ ਪੈਸੇ ਘੱਟ ਦਿੱਤੇ ਨੇ, ਵਰਕ ਡੇਜ਼ ਘਟਣਗੇ, ਤਾਂ ਫਿਰ ਜਦੋਂ ਪੇਂਡੂ ਖੇਤਰ ਦੇ ਵਿੱਚ ਘਰ ਬਣਨਗੇ, ਇਹ ਇੰਪਲੋਇਮੈਂਟ ਉਹਨਾਂ ਲੋਕਾਂ ਨੂੰ ਹੀ ਤਾਂ ਮਿਲੇਗੀ ਜਿਹੜੇ ਮਨਰੇਗਾ ਦੇ ਤਲਬਗਾਰ ਸਨ। ਜੇ ਹਰ ਘਰ ਜਲ ਦੀ ਸਕੀਮ ਚੱਲੇਗੀ, ਟੂਟੀਆਂ ਲੱਗਣਗੀਆਂ, ਸੈਨੀਟਰੀ ਵਰਕ ਹੋਏਗਾ, ਪਲੰਬਿੰਗ ਵਰਕ ਹੋਏਗਾ, ਪਾਈਪਾਂ ਪੈਣਗੀਆਂ, ਸੀਵਰੇਜ ਖੁੱਲਣਗੇ, ਤਾਂ ਫਿਰ ਇਹ ਰੁਜ਼ਗਾਰ ਕਿਹਨਾਂ ਨੂੰ ਮਿਲੇਗਾ, ਇਹ ਪੈਸਾ ਕਿਹਨਾਂ ਦੀ ਜੇਬ ਦੇ ਵਿੱਚ ਜਾਏਗਾ। ਸੋ ਓਬਵੀਅਸਲੀ ਅਸੀਂ ਪੈਸੇ ਇੱਧਰ ਨੂੰ ਧੱਕ ਰਹੇ ਹਾਂ, ਪਲੱਸ ਇਹਦੇ ਨਾਲ ਅਸੈਟਸ ਕ੍ਰੀਏਟ ਹੋ ਰਹੇ ਨੇ। ਜੇ ਉਹ ਹੋਰ ਸਿਆਣੀ ਕੋਈ ਗੱਲ ਕਰਦੇ ਜਾਂ ਉਹਨਾਂ ਨੂੰ ਪਬਲਿਕ ਰਿਲੇਸ਼ਨ ਵਾਲਾ ਇੱਕ ਹੋਰ ਚੰਗਾ ਬੰਦਾ ਮਿਲ ਜਾਂਦਾ, ਉਹਨੇ ਕਹਿਣਾ ਸੀ ਨਾਲ ਇਹ ਵੀ ਕਹਿ ਦਿਓ ਕਿ ਜਦੋਂ ਹਰ ਘਰ ਟੂਟੀਆਂ 'ਚ ਪਾਣੀ ਜਾਵੇਗਾ ਤਾਂ ਪਾਣੀ ਸਵੱਛ ਆਏਗਾ, ਇਹਦੇ ਨਾਲ ਗਰੀਬਾਂ ਦੀ ਹੈਲਥ ਚੰਗੀ ਹੋਵੇਗੀ। ਦੇਰ ਇਜ਼ ਮਤਲਬ ਸ਼ਬਦ ਤਾਂ ਹਮੇਸ਼ਾ ਅਵੇਲੇਬਲ ਹੁੰਦੇ ਨੇ ਕਿ ਤੁਸੀਂ ਇੱਕ ਆਰਗੂਮੈਂਟ ਬਣਾ ਸਕਦੇ ਹੋ। ਇਨ ਰੀਅਲ ਟਰਮਸ ਮਨਰੇਗਾ ਕਿਸੇ ਲੈਵਲ ਦੇ ਉੱਤੇ ਇੱਕ ਸੋਸ਼ਲ ਸੇਫਟੀ ਨੈਟ ਦਾ ਕੰਮ ਕਰਨੀ ਸੀ। ਜਿਹੜੀ ਉਹ ਫ੍ਰੀ ਗ੍ਰੇਨ ਆ ਰਹੇ ਸੀ 5 ਕਿਲੋ ਹਰ ਮਹੀਨੇ, ਉਹ ਇੱਕ ਸੋਸ਼ਲ ਸੇਫਟੀ ਨੈਟ ਦਾ ਕੰਮ ਕਰ ਰਹੇ ਸੀ। ਕੀ ਸੱਚਮੁੱਚ ਇਕਨੋਮੀ ਇਸ ਸਥਿਤੀ ਤੇ ਆ ਗਈ ਹੈ? ਅਸੀਂ ਆਪਣੇ ਤਮਾਮ ਮੋਦੀ ਗਵਰਨਮੈਂਟ ਦੇ ਪ੍ਰਤੀ ਪ੍ਰੈਜੁਡਿਸਿਸ ਨੂੰ ਪਾਸੇ ਰੱਖ ਕੇ ਪਿਓਰ ਕੋਲਡ ਬਲੱਡਡ ਇਕਨੋਮਿਕ ਲੌਜਿਕ ਨਾਲ ਦੇਖੀਏ ਕਿ ਇਹਨਾਂ ਸੋਸ਼ਲ ਨੈਟਸ ਤੋਂ, ਇਹਨਾਂ ਸੇਫਟੀ ਨੈਟਸ ਤੋਂ ਬਿਨਾਂ ਚੱਲਿਆ ਜਾ ਸਕਦਾ? ਦੇਖੋ, ਟੋਟਲ ਜਿਹੜਾ ਕੱਲਾ ਇਕਨੋਮੀ ਕਿਸੇ ਖਲਾਅ 'ਚ ਕੰਮ ਨਹੀਂ ਕਰਦਾ। ਬਿਲਕੁਲ, ਟੋਟਲ ਇਕਨੋਮਿਕਸ ਜਿਹੜੀ ਆ ਉਹਦੀ ਪੋਲੀਟੀਕਲ ਇਕਨੋਮੀ ਦਾ ਕੁਐਸਚਨ ਹੁੰਦਾ, ਉਹਦਾ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਜੋੜ ਕੇ ਹੀ ਕਿਸੇ ਇਕਨੋਮਿਕਸ ਨੂੰ ਦੇਖਣਾ ਚਾਹੀਦਾ ਵੀ ਹੈ। ਜਿਹੜਾ ਮਤਲਬ ਕੇਵਲ ਹੋਰ ਕੋਈ ਤਰੀਕਾ ਹੀ ਨਹੀਂ ਹੈ ਜਿਹਦੇ 'ਚ ਚੱਲਦਾ। ਔਰ ਦੂਜੀ ਗੱਲ, ਸਾਡੀ ਰਿਐਲਿਟੀ, ਅਸੀਂ ਇਹ ਸਾਰਾ ਟਰਮੀਨੋਲੋਜੀ ਜਿਹੜੀ ਘੜੀ ਹੋਈ ਹੈ, ਇਹ ਸਾਰੀ ਮਤਲਬ ਈਵਨ ਡਿਵੈਲਪਡ ਕੰਟਰੀਜ਼ ਦੀ ਟਰਮੀਨੋਲੋਜੀ ਹੈ। ਬਿਲਕੁਲ, ਉਹ ਇੱਕ ਹੱਦ ਤੱਕ ਆਪਣੇ ਲੋਕਾਂ ਨੂੰ ਲੈ ਗਏ ਨੇ, ਉੱਥੇ ਤੱਕ ਉਹਨਾਂ ਦਾ ਸਿਸਟਮ ਚੱਲਦਾ, ਉਹਦੇ ਨਾਲ ਸ਼ਾਇਦ ਇੰਪਲੋਇਮੈਂਟ ਬਾਕੀ ਚੀਜ਼ਾਂ ਜੁੜੀਆਂ ਹੋਈਆਂ ਨੇ। ਜਿਹੜੇ ਦੇਸ਼ 'ਚ 81 ਕਰੋੜ ਲੋਕਾਂ ਨੂੰ ਤੁਸੀਂ ਆਪ ਮੰਨਦੇ ਹੋ, ਕਿਉਂਕਿ ਅਗਲੇ ਦਿਨਾਂ 'ਚ ਵੋਟਾਂ ਨੇ, ਫ੍ਰੀ ਅਨਾਜ ਦੇਣਾ ਪਊਗਾ, ਉਹ ਨਹੀਂ ਆਪਣੀ ਰੋਜੀ ਰੋਟੀ ਕਮਾਉਣ ਜੋਗੇ ਉਸ ਪੱਧਰ ਤੇ ਕੀਤੇ। 75 ਸਾਲ ਦੇ ਤੁਸੀਂ ਅੰਮ੍ਰਿਤ ਮਹਾ ਉਤਸਵ ਮਨਾਓ, ਜੋ ਮਰਜ਼ੀ ਕਰੋ,
81 ਕਰੋੜ ਇਹ ਮਤਲਬ 140 ਕਰੋੜ ਦੇ ਵਿੱਚੋਂ 81 ਕਰੋੜ ਦਾ ਦੇ ਹੀ ਰਹੇ ਹੋ। ਇਹਦਾ ਮਤਲਬ 10-20 ਕਰੋੜ ਹੋਰ ਵੀ ਮੰਗ ਰਹੇ ਹੋਣਗੇ ਜਿਨ੍ਹਾਂ ਨੂੰ ਕਿਹਾ ਹੋਏਗਾ ਵੀ ਤੁਸੀਂ ਭਾਈ ਅਜੇ ਐਡੇ ਗਰੀਬ ਨਹੀਂ ਵੀ ਤੁਹਾਨੂੰ ਫ੍ਰੀ ਅਨਾਜ ਦੇ। ਆਲਮੋਸਟ ਉਹੀ 66% ਟੂ ਥਰਡ ਹੋ ਜਾਂਦਾ ਨਾ ਕਰੀਬ, ਜੇਕਰ ਅਸੀਂ ਇਹ ਗੱਲ ਕਰ ਰਹੇ ਹਾਂ ਤਾਂ ਉੱਥੇ ਤੁਸੀਂ ਇਹ ਇੰਤਜ਼ਾਰ ਕਰੋਗੇ ਕਿ ਅਸੀਂ ਉੱਥੇ ਪੈਸੇ ਲਾਵਾਂਗੇ, ਉੱਥੇ ਰੁਜ਼ਗਾਰ ਪੈਦਾ ਹੋਏਗਾ। ਉਹ ਜਿਹੜੇ ਬੰਦੇ, ਜਿਹੜਾ ਮਨਰੇਗਾ ਸੀ, ਮਨਰੇਗਾ ਬਿਲਕੁਲ ਫ੍ਰੀ ਨਾਲੋਂ ਕਿਰਤ ਨਾਲ ਜੋੜ ਕੇ ਬੰਦਾ ਕਹਿੰਦਾ, ਬਲਕਿ ਉਹਦੇ ਚ 200 ਦਿਨ ਕਰ ਦਿੰਦੇ ਤੁਸੀਂ, ਉਹਦੇ ਚ ਅਸੈਟਸ ਕ੍ਰੀਏਸ਼ਨ ਵੀ ਹੈ ਨਾਲ, ਕੋਈ ਕੱਲਾ ਐ ਨਹੀਂ ਹੈ ਉਹਦੇ ਅਸੈਟ ਕ੍ਰੀਏਟ ਹੋਣੇ ਸੀ। ਬਿਲਕੁਲ ਅਸੈਟ ਕ੍ਰੀਏਟ ਜੇ ਨਹੀਂ ਹੋਏ ਤਾਂ ਤੁਹਾਡੀ ਨਲਾਇਕੀ ਹੈ ਨਾ, ਤੁਹਾਡੇ ਬੰਦਿਆਂ ਦੀ, ਪ੍ਰਸ਼ਾਸਨ ਦੀ, ਜਿਹਨੇ ਉਹਦੇ ਨਾਲ ਮਨਰੇਗਾ ਚਲਾਇਆ ਨਹੀਂ ਠੀਕ, ਜਿਹਨੇ ਉਹ ਚਲਾਇਆ ਨਹੀਂ, ਜਿਹਨੇ ਉਹਨੇ ਮੈਨੇਜ ਕਰਨਾ ਸੀ, ਉਹ ਪ੍ਰੋਜੈਕਟ ਉਹ ਜਿਹੇ ਬਣਾਉਣੇ ਸੀ, ਉਹਨਾਂ ਪ੍ਰੋਜੈਕਟਾਂ 'ਚ ਉਹਨਾਂ ਨੂੰ ਰੁਜ਼ਗਾਰ ਦੇਣਾ ਸੀਗਾ। ਔਰ ਉਹ ਜਿਹੜਾ ਸਾਰਾ ਸੈਟਅਪ ਸੀਗਾ ਤੁਹਾਡੇ ਕੋਲ, ਈਵਨ ਮਨਰੇਗਾ ਦੇ ਵਿੱਚ ਤਾਂ ਤੁਸੀਂ ਸਾਰਾ ਹੀ ਤੁਹਾਡੀਆਂ ਕਨਵਰਜੈਂਸ ਸਕੀਮਾਂ ਨੇ, ਇਰੀਗੇਸ਼ਨ ਤੁਹਾਡੀ ਨਾਲ ਜੋੜੀ ਹੋਈ ਹੈ, এনवायरमेंट ਫੋਰੈਸਟ, ਬਾਕੀ ਸਾਰੀਆਂ ਚੀਜ਼ਾਂ। ਤੁਸੀਂ ਸਿੰਚਾਈ ਦਾ ਕੰਮ ਕਰਨਾ ਹੈ, ਖੁਦਾਈ ਹੋਣੀ ਹੈ, ਤਾਂ ਮਨਰੇਗਾ ਦੇ ਮਾਸਟਰ ਰੋਲ ਦੇ ਵਿੱਚੋਂ ਉਹਦੇ ਵਿੱਚੋਂ ਸੱਦਿਆ ਜਾਣਗੇ ਲੋਕਾਂ ਨੂੰ, ਉਹਦੇ 'ਚ ਦਿਹਾੜੀ ਦਿੱਤੀ ਜਾਏਗੀ। ਉਹ ਜਿਹੜੀਆਂ ਸਾਰੀਆਂ ਚੀਜ਼ਾਂ ਸੀ, ਜੇ ਇਹਨੂੰ ਚੰਗੇ ਤਰੀਕੇ ਨਾਲ ਤੁਸੀਂ ਕਰੋ ਤਾਂ ਬੰਦੇ ਨੂੰ ਜੌਬ ਦਿਓ, ਫ੍ਰੀ ਵੀ ਜੀ ਨਾ ਦਿਓ, ਈਵਨ ਜੇ ਕਰੋ ਰੇਵੜੀਆਂ ਨਾ ਦਿਓ, ਰੇਵੜੀਆਂ ਕਹਿੰਦੇ ਉਹਨੂੰ ਜੌਬ ਦਿਓ। ਇਹ ਇੱਕ ਕੰਟੀਨਿਊ ਗਰੰਟੀ ਵਾਲੀ ਜੌਬ ਹੈ। ਦੂਜੀ ਹੈਗੀ ਹੈ ਤੁਹਾਡੀ ਕਲਪਨਾ ਤੇ ਆਧਾਰਿਤ ਜੌਬ, ਕਿ ਵੀ ਮੈਂ ਇਹ ਕਰਾਂਗਾ ਤਾਂ ਮਿਲੂਗਾ ਹੀ ਨਾ ਰੁਜ਼ਗਾਰ, ਤਾਂ ਮਿਲ ਵੀ ਜਾਊਗਾ ਕਿਤੇ। ਔਰ ਫਿਰ ਪ੍ਰਾਈਮ ਮਿਨਿਸਟਰ ਆਵਾਸ ਯੋਜਨਾ ਦੇ ਤਹਿਤ ਜਿਵੇਂ ਖਰਚੇ ਹੋਏ ਨੇ ਪਿਛਲੇ ਸਮੇਂ 'ਚ, ਉਹਦਾ ਜਿਹੜਾ ਤਜਰਬਾ ਹੈ, ਔਰ ਤੁਸੀਂ ਦੇਖੋ ਜੇ ਪਿੰਡਾਂ ਦਾ ਤਜਰਬਾ ਖਾਸ ਤੌਰ ਤੇ, ਪਿੰਡਾਂ 'ਚ ਜਿਹੜੀਆਂ ਕਲੋਨੀਆਂ ਪਾਈਆਂ ਸੀ ਈਵਨ ਲਗਾਤਾਰ, ਹੈ ਨਾ, ਉਹ 2-2 ਕਿਲੋਮੀਟਰ ਬਾਹਰ ਜਾ ਕੇ ਕਲੋਨੀਆਂ ਪਾਈਆਂ ਪ੍ਰਧਾਨ ਮੰਤਰੀ ਆਵਾਸ ਯੋਜਨਾ। ਉਹਨਾਂ ਨੂੰ ਲੱਗਦਾ ਕਿ ਲੋਕਲ ਐਡਮਿਨਿਸਟ੍ਰੇਸ਼ਨ ਦਾ ਫੇਲਿਅਰ ਹੁੰਦਾ ਨਹੀਂ, ਫਿਰ ਉਹ 'ਚ ਕੋਈ ਨਹੀਂ ਗਿਆ, ਉਹ ਡਿੱਗਦੀਆਂ ਨੇ 3-3 ਸਾਲ ਬਾਅਦ, ਆਪੀ ਡਿੱਗੀਆਂ ਨੇ, ਬੁਰਾ ਹਾਲ ਹੈ ਉਹਦਾ। ਥਰਡ ਵਰਲਡ ਕੰਟਰੀਜ਼ ਦੀ ਟ੍ਰੈਜੇਡੀ ਹੈ ਕਿ ਲਾਸਟ ਮਾਈਲ ਸਾਡੀ ਜਿਹੜੀ ਤੁਸੀਂ ਐਕਸਕਲੂਜਨ ਦੇ ਉਹਦੇ 'ਚ ਵੀ ਚੱਲ ਰਹੇ ਹੋ ਨਾ, ਉਹ ਉਹਨੇ ਰੂਪ ਦੇ ਵਿੱਚ ਥੋੜੀ ਰੁਜ਼ਗਾਰ ਦੇ ਦੇਗਾ। ਗਰੀਬਾਂ ਦੀਆਂ ਖੇਮਾਂ ਬਸਤੀਆਂ ਅਲੱਗ ਬਣਨਗੀਆਂ। ਇੱਕ ਪਿੰਡ 'ਚ ਜਿੰਨੇ ਕ ਬਣ ਗਏ, ਮੰਨ ਲਓ ਜੇ ਇੱਕ ਪਿੰਡ 'ਚ 5 ਘਰਾਂ ਦਾ ਹੁੰਦਾ ਇਹਨਾਂ ਦਾ, ਜਿਹੜਾ ਮੈਂ ਪੰਜਾਬ ਦਾ ਤੁਹਾਨੂੰ ਡਾਟਾ ਦਿੰਦਾ, PM ਆਵਾਸ ਦੇ ਲਈ ਐਵਰੇਜ ਬਲਾਕ ਡਿਵੈਲਪਮੈਂਟ। ਅੱਛਾ ਜੀ, ਇੱਕ ਪਿੰਡ 'ਚ 5 ਸਾਲ ਨੂੰ ਉਹ ਕਹਿੰਦਾ ਕਿ ਅਸੀਂ 5 ਨੂੰ ਦੇਾਂਗੇ ਜੀ। ਓਕੇ, ਕੀ 5 ਘਰਾਂ ਦੇ ਨਾਲ ਤੇ ਮਨਰੇਗਾ 'ਚ ਮਿਲਣ ਵਾਲੇ ਰੁਜ਼ਗਾਰ ਦਾ ਕੋਈ ਆਪਸੀ ਮੁਕਾਬਲਾ ਹੈ, ਤਾਲਮੇਲ ਹੈ? ਤੇ ਜੌਬ ਕਾਰਡ ਉੱਥੇ 500 ਹੈ, 200 ਹੈ। ਬੇਸਿਕਲੀ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਵੀ 2 ਤਰੀਕੇ ਹੁੰਦੇ ਨੇ ਜੀ। ਇੱਕ ਤਾਂ ਅਸੀਂ ਡਾਇਰੈਕਟ ਕੈਸ਼ ਦੇ ਦਈਏ, ਡਾਇਰੈਕਟ ਮਨਰੇਗਾ ਦੇ ਦਈਏ, ਜਿਹਦੇ 'ਚ ਥੱਲੇ ਗਰੀਬ ਨੂੰ ਸਿੱਧਾ ਪੈਸਾ ਚਲਾ ਜਾਏ। ਦੂਸਰਾ ਉਹ ਕਹਿੰਦੇ ਨੇ ਕਿ ਅਸੀਂ ਉੱਪਰ ਇਹੋ ਜੀ ਵੱਡੀ ਚੀਜ਼ ਬਣਾਈਏ ਜਿਹਦੇ ਨਾਲ ਉਹ ਕੀ ਕਹਿੰਦੇ ਨੇ, ਪਰਕੋਲੇਟ, ਟ੍ਰਿਕਲ ਡਾਊਨ ਇਫੈਕਟ ਹੋ ਜਾਏ। ਟ੍ਰਿਕਲ ਡਾਊਨ ਦਾ ਮਤਲਬ ਮੋਟਾ ਮੋਟਾ ਇਹ ਹੁੰਦਾ ਹੈ ਵੀ ਠੇਕੇਦਾਰ ਨੂੰ ਦੇਾਂਗੇ ਠੇਕਾ, ਟੈਂਡਰ, ਉਹਨੂੰ ਮਿਲਣਗੇ ਮੋਟੇ ਪੈਸੇ, ਉਹਦੀ ਘਰ ਵਾਲੀ ਖਰੀਦੇਗੀ ਬੜੀ ਮਹਿੰਗੀ ਜੀ ਬਨਾਰਸੀ ਸਾੜੀ ਬਣਾਏਗੀ, ਬਨਾਰਸ ਵਿੱਚ ਉੱਥੇ ਜੁਲਾਹਾ ਬਣਾਏਗਾ, ਫਿਰ ਜੁਲਾਹੇ ਦੀਆਂ ਸਾੜੀਆਂ ਜਿਹੜੀਆਂ ਉੱਥੇ ਡਿਮਾਂਡ ਵਧੇਗੀ, ਫਿਰ ਜੁਲਾਹੇ ਨੂੰ 2 ਰੁਪਇਆ ਪਰ ਸਾੜੀ ਜ਼ਿਆਦਾ ਮਿਲੇਗਾ, ਉਹਦੇ ਨਾਲ ਜੁਲਾਹੇ ਤੱਕ ਟ੍ਰਿਕਲ ਡਾਊਨ ਹੋ ਜਾਏਗਾ। ਕੁਝ ਪੈਸਾ ਜੁਲਾਹੇ ਤੱਕ ਚਲਾ ਜਾਏਗਾ, ਕੁਝ ਰਿਕਸ਼ੇ ਵਾਲੇ ਤੱਕ ਜਿਹੜਾ ਸਾੜੀਆਂ ਲੈ ਕੇ ਆਏਗਾ, ਐਦਾਂ ਸਾਰਿਆਂ ਨੂੰ ਪੈਸਾ ਜਾਏਗਾ। ਮੈਂ ਥੋੜਾ ਜਿਹਾ ਇਹਦੇ ਤੇ ਗੱਲ ਕਰਦਾ। ਤੁਹਾਨੂੰ ਮਾੜਾ ਲੱਗਦਾ ਵੀ ਠੇਕੇਦਾਰ ਦੀ ਘਰ ਵਾਲੀ ਬਨਾਰਸੀ ਸਾੜੀ ਪਾਵੇ, ਠੇਕੇਦਾਰ ਨੂੰ ਮੋਟੇ ਪੈਸੇ ਮਿਲਣ, 4 ਗਰੀਬਾਂ ਤੇ ਕਿਰਪਾ ਕਰੇ? ਮੋਟੀ ਗੱਲ ਇਹ ਉਹਨਾਂ ਦਾ ਸਕੀਮ ਇਹ ਹੈ ਵੀ ਇਹ ਜਿਹੜੀ ਸਕੀਮ ਹੈ, ਇਹ ਸੀਤਾਰਮਨ ਜੀ ਨੇ ਜੋ ਕਿਹਾ ਉਹ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਰੂਰਲ ਦੇ ਹੱਕ 'ਚ ਹੈ। ਉਹਨਾਂ ਨੇ ਕਿਹਾ 35,000 ਕਰੋੜ ਦਾ ਅਸੀਂ ਮਿਡਲ ਕਲਾਸ ਨੂੰ ਬੈਨੀਫਿਟ ਦਿੱਤਾ ਹੈ। ਦੂਜੇ ਪਾਸੇ ਨਾਲ ਬਿਆਨ ਦਿੱਤਾ ਹੈ ਵੀ ਹੁਣ ਸਮਾਨ ਖਰੀਦਣਗੇ, ਸਾਡਾ ਅਰਥਚਾਰਾ ਅੱਗੇ ਵਧੇਗਾ। ਕੌਣ ਸਮਾਨ ਖਰੀਦੇਗਾ? ਮਿਡਲ ਕਲਾਸ, ਜਿਹਨੂੰ ਪਹਿਲਾਂ ਮੋਟੀਆਂ ਤਨਖਾਹਾਂ, ਕੰਜ਼ੰਪਸ਼ਨ ਦੇ ਵਿੱਚ ਸਲੰਪ ਆ ਗਿਆ ਸੀ ਨਾ, ਉਹਨੂੰ ਉਹ ਵਧਾਉਣਾ ਚਾਹ ਰਹੇ ਨੇ। ਉਹੀ ਮੈਂ ਕਹਿੰਦਾ ਨਾ, ਕੌਣ ਖਰੀਦੇਗਾ? ਇਨਕਮ ਟੈਕਸ ਕੌਣ ਦੇ ਰਿਹਾ ਹੈ? ਮੇਰਾ ਤਾਂ ਧਿਆਨ ਰੱਖ ਰਿਹਾ। ਇਨਕਮ ਟੈਕਸ ਜਿਹੜਾ ਬੰਦਾ ਆਮਦਨ ਕਰ ਦੇ ਰਿਹਾ ਹੈ 7 ਲੱਖ ਤੋਂ ਵੱਧ ਵਾਲਾ, ਉਹ ਬੰਦੇ ਨੂੰ ਉਹ ਕਹਿੰਦੇ ਸਮੂਹ ਸਮਾਨ ਖਰੀਦੋ ਸਾਡਾ, ਦੂਜਿਆਂ ਨੂੰ ਤਾਂ ਖਰੀਦ ਸ਼ਕਤੀ ਪੈਦਾ ਹੀ ਨਹੀਂ ਕਰ ਰਹੇ। ਸੋ ਇਸ ਕਰਕੇ ਨਰੇਗਾ ਤੇ ਕਿਉਂ ਲਾਉਣਗੇ? ਪਿੰਡ 'ਚ ਕਿਉਂ? ਪਿੰਡ 'ਚ ਤਾਂ 7 ਲੱਖ ਵਾਲਾ ਹੈ ਨਹੀਂ। ਇੱਕ ਗੱਲ। ਦੂਜੀ ਗੱਲ ਉਹਨਾਂ ਨੇ ਕੀ ਕਹੀ ਹੈ? ਕੈਪੀਟਲ ਇਨਵੈਸਟਮੈਂਟ, ਵੀ ਅਸੀਂ ਨਾ ਜਾਇਦਾਦ ਸੰਪਤੀ ਕ੍ਰੀਏਟ ਕਰਾਂਗੇ, ਸੰਪਦਾ ਕਹਿੰਦੇ ਨੇ ਇਹਨੂੰ। ਉਹ ਜਿਹੜੀ ਸੰਪਦਾ ਕ੍ਰੀਏਟ ਕਰਨੀ ਹੈ, ਪੈਦਾ ਕਰਨੀ ਹੈ, ਸਿਰਜਣੀ ਹੈ, ਉਹਦੇ ਤੇ ਪੈਸਾ ਕਿਹਦੇ ਕੋਲ ਜਾਣਾ ਹੈ? ਜੋ ਤੁਸੀਂ ਕਿਹਾ ਬਨਾਰਸੀ ਸਾੜੀ ਵਾਲਿਆਂ ਕੋਲੇ। ਦੂਜੇ ਨੂੰ ਤਾਂ ਉਹਦੇ ਚ ਰੂੰਗਾ ਹੀ ਮਿਲਣਾ ਹੈ। ਮੈਂ 1 ਮਿੰਟ ਮੈਂ ਪੂਰੀ ਕਰਦਾ, ਮੈਨੂੰ ਥੋੜੀ ਜਿਹੀ। ਇਸੇ ਤਰ੍ਹਾਂ ਹੀ ਫੂਡ ਫਾਰ ਜਿਹੜਾ ਹੈ ਫੂਡ ਸਿਕਿਉਰਿਟੀ ਐਕਟ ਦੇ ਅੰਡਰ, ਉਹਦੇ ਵਿੱਚ 81 ਕਰੋੜ ਨੂੰ ਕਹਿੰਦੇ ਅਸੀਂ ਦਿੰਨੇ ਆ। ਉਹਦਾ ਕਰਿਆ ਕੀ ਹੈ? ਕਰਿਆ ਇਹ ਹੈ ਕਿ ਪਹਿਲਾਂ 2 ਲੱਖ ਤੇ 87,000 ਕਰੋੜ ਦਾ ਬਜਟ ਸੀ, ਐਤਕੀ 1,98,000 ਕਰੋੜ ਰਹਿ ਗਿਆ। 91,000 ਕਰੋੜ ਦਾ ਬਜਟ ਉਹਦਾ ਘਟਾ ਦਿੱਤਾ ਗਿਆ। ਜੇ 91,000 ਕਰੋੜ ਘਟਾ ਦਿੱਤਾ, ਉਹਦਾ ਰੂਰਲ ਵਿੱਚ ਅਸਰ ਕੀ ਪਾਏਗਾ? ਅਸਰ ਇਹ ਪਏਗਾ, ਪਹਿਲੀ ਗੱਲ ਕਿ ਲੋਕਾਂ ਨੂੰ ਜਿਹੜੇ ਪਹਿਲਾਂ 10 ਕਿਲੋ ਅਨਾਜ ਮਿਲਦਾ ਸੀ, 5 ਕਿਲੋ ਮਿਲਦਾ ਸੀ, ਉਸ ਦੇ ਵਿੱਚ ਸਬਸਿਡੀ ਤੇ 5 ਕਿਲੋ ਮਿਲਦਾ ਸੀ ਮੁਫਤ, 2 ਰੁਪਏ 3 ਰੁਪਏ ਉਹਦੇ ਵੱਖਰੇ ਵੱਖਰੇ, ਤੇ 5 ਕਿਲੋ ਮਿਲਦਾ ਸੀ ਮੁਫਤ। ਹੁਣ ਉਹ ਮੁਫਤ ਵਾਲਾ ਬੰਦ ਕਰ ਦਿੱਤਾ। ਹਾਂ,
ਤੇ ਇਹਨੂੰ ਵੀ ਕਿਹਾ ਵੀ ਇੱਕ ਸਾੜੀ ਵਧਾਇਆ। ਇਸ ਤੋਂ ਅੱਗੇ ਦੂਜਾ ਇਹਦਾ ਇਹ ਜਿਹੜਾ ਤੁਸੀਂ ਕਿਹਾ ਵੀ ਅਸਰ ਇਹਦਾ ਕੀ ਹੋਏਗਾ, ਉਹ ਕੁਝ ਮੈਂ ਸਮਝ ਆਉਂਦਾ ਵੀ ਜਿਵੇਂ ਮਿਡ ਡੇ ਮੀਲ ਦੇ ਮੰਨ ਲਓ ਜਦੋਂ ਪੈਸੇ ਘਟਾਏ ਜਾਂਦੇ ਨੇ ਜਾਂ ਨਹੀਂ ਵਧਾਏ ਜਾਂਦੇ, ਉਹਦਾ ਅਸਰ ਕੀ ਹੋਏਗਾ ਵੀ ਨਿਆਣਿਆਂ ਨੂੰ ਭੁੱਖ ਲੱਗਣੀ ਥੋੜੀ ਜਿਹੀ ਘੱਟ ਹੋ ਜਾਏਗੀ। ਹਾਂ, ਜਾਂ ਨਿਆਣੇ ਭੁੱਖੇ ਰਹਿਣਗੇ। ਹੋਰ ਇਹਦਾ ਕਿਹੜਾ ਦੁਨੀਆ ਚ ਅਸਰ ਹੁੰਦਾ ਇਹਦੇ ਹੋਰ ਕਿਹੜਾ ਮੇਰਾ ਉਹਦਾ ਅਸਰ ਇਹ ਹੋਏਗਾ, ਉਹ ਲੋਕਾਂ ਨੂੰ ਸੁਨੇਹਾ ਦੇ ਰਹੇ ਆਪਦੇ ਪੇਟ ਤੇ ਤਵਾ ਬੰਨ੍ਹ ਲਓ, ਰੋਟੀ ਖਾਣ ਦੀ ਲੋੜ ਨਹੀਂ ਹੈ, ਨਾ ਗਰੀਬ ਨੂੰ, ਨਾ ਮਿਡ ਡੇ ਮੀਲ ਵਾਲੇ ਨੂੰ, ਨਾ ਆਂਗਨਵਾੜੀ ਵਰਕਰ ਦੇ ਵਿੱਚ ਜਿਹੜਾ ਉੱਥੇ ਬੱਚਾ ਜਾ ਰਿਹਾ ਛੋਟਾ ਜਿਹਾ। ਇਹ ਲੋਕਾਂ ਨੂੰ ਗੱਲ ਸਮਝ ਆ ਰਹੀ ਹੈ। ਹੁਣ ਮੈਂ ਦੂਜੀ ਗੱਲ ਇਹਦੇ ਚ ਕਹਿਣਾ ਚਾਹਣਾ, ਇੱਥੇ ਨਹੀਂ ਇਹਦਾ ਅਸਰ ਕਈ ਪਾਸੇ ਪੈਂਦਾ ਹੈ। ਜਦ ਤੁਸੀਂ ਫੂਡ ਸਿਕਿਉਰਿਟੀ ਦੇ ਤਹਿਤ ਇਹ ਘਟਾਤਾ ਬਜਟ, ਤਾਂ FCI ਨੂੰ ਪੈਸੇ ਘੱਟ ਦੇ ਰਹੇ ਹੋ ਤੁਸੀਂ। ਜਿਹੜੀਆਂ ਸਟੇਟ ਏਜੰਸੀਆਂ ਨੇ, ਸੂਬੇ ਦੀਆਂ ਜਿਹੜੀਆਂ ਏਜੰਸੀਆਂ ਨੇ, ਪਬਲਿਕ ਸੈਕਟਰ ਨੂੰ ਦਵਾ ਕਰ ਰਹੇ ਹੋ। ਨਾ ਮੈਂ ਉੱਥੇ ਨਹੀਂ ਆ ਰਿਹਾ। ਉਹਨਾਂ ਨੇ ਜਿਹੜੇ ਫਸਲ ਖਰੀਦਣੀ ਸੀ, ਉਹ ਫਸਲ ਕਿਹਦੀ ਵਿਕਣੀ ਸੀ? ਕਿਸਾਨ ਦੀ। ਉਹ MSP ਤੇ ਵਿਕਣੀ ਸੀ। ਜਦ ਤੁਸੀਂ ਉਹਦਾ FCI ਦਾ ਬਜਟ ਹੀ ਘਟਾਤਾ, ਤੁਸੀਂ ਇੱਥੇ ਪਾਨ ਗ੍ਰੇਨ, ਪਾਨ ਕੌਮ, ਇਹਨਾਂ ਦਾ ਬਜਟ ਹੀ ਘਟਾ ਦਿੱਤਾ, 91,000 ਕਰੋੜ ਰੁਪਏ ਘਟਾਤਾ, ਕਿਹਦਾ ਮਤਲਬ ਉਹਦੀ ਕਿਸਾਨ ਦੀ ਫਸਲ ਨਹੀਂ ਵਿਕੇਗੀ। ਤੁਸੀਂ ਇੱਕ ਪਾਸੇ MSP ਦੀ ਗੱਲ ਕਰਦੇ ਹੋ, ਤੁਸੀਂ ਉਹਦੀ MSP ਤੇ ਕਿੱਥੇ ਖਰੀਦਣੀ? ਇਧਰੋਂ ਸਟੇਟ ਪ੍ਰੋਕਿਊਰਮੈਂਟ ਏਜੰਸੀਜ਼ ਵੀਕ ਹੋ ਰਹੀਆਂ, ਉਧਰੋਂ FCI ਵੈਸੇ ਹੀ ਭੱਜ ਰਹੀ ਹੈ, ਸਰਕਾਰ ਦੀ ਨੀਅਤ ਪਹਿਲਾਂ ਹੀ ਦਿਖਾਈ ਦੇ ਰਹੀ ਹੈ। ਉਹ 91,000 ਕਰੋੜ ਰੁਪਇਆ ਤੁਸੀਂ ਕਿਸਾਨਾਂ ਦੀ ਜੇਬ ਚੋਂ ਕੱਢਿਆ ਪ੍ਰੈਕਟੀਕਲੀ। ਗਰਗ ਸਾਹਿਬ, ਮੇਰੇ ਵਰਗੇ ਇੱਥੇ ਹਜ਼ਾਰਾਂ ਨੇ ਜਿਨ੍ਹਾਂ ਨੂੰ ਧੇਲੇ ਦਾ ਫਰਕ ਨਹੀਂ ਪੈਂਦਾ। ਕੀ ਹੋਏਗਾ? ਤੁਹਾਡੀ ਸਾਰੀ ਗੱਲ ਪਤਾ, ਬਹੁਤ ਸਾਰੇ ਗਰੀਬ ਮਰ ਜਾਣਗੇ। ਆਈ ਐਮ ਪੁਟਿੰਗ ਦੈਟ ਅਸਾਈਡ। ਜੀ, ਮੈਂ ਉਹਨੂੰ ਵੀ ਪਾਸੇ ਰੱਖ ਰਿਹਾ। ਮਤਲਬ ਜਿਹਨੂੰ ਕਹਿੰਦੇ ਨੇ ਨਾ ਪੱਥਰ ਦਿਲੀ ਦਾ ਤੇ ਐਪੈਥੀ ਦਾ ਪੂਰਾ ਮੁਜੱਸਮਾ ਬਣ ਕੇ ਵੀ ਜੇ ਮੈਂ ਸਵਾਲ ਪੁੱਛਾਂ ਤੁਹਾਡੇ ਤੋਂ, ਤਾਂ ਵੀ ਮੈਨੂੰ ਇਹ ਦੱਸੋ ਵੀ ਪੋਲੀਟੀਕਲੀ ਕੋਈ ਸਰਕਾਰ ਇਸ ਨੂੰ ਕਿਵੇਂ ਅਫੋਰਡ ਕਰ ਸਕਦੀ ਹੈ ਕਿ ਤੁਸੀਂ ਮਿਡ ਡੇ ਮੀਲ ਦਾ ਬਜਟ ਘਟਾ ਦਿਓ? ਕਿਉਂਕਿ ਜਦੋਂ ਤੁਸੀਂ ਪੈਸੇ ਅਨਾਉਂਸ ਕਰਦੇ ਹੋ, ਪਹਿਲਾਂ ਵੀ ਇਹ ਤਰੀਕਾ ਹੁੰਦਾ ਸੀ, ਪੈਸੇ ਵੱਡੇ ਅਨਾਉਂਸ ਹੁੰਦੇ ਸੀ ਬਜਟ ਦੇ ਵਿੱਚ, ਰਿਵਾਈਜ਼ਡ ਐਸਟੀਮੇਟ 'ਚ ਪਤਾ ਲੱਗਦਾ ਸੀ ਵੀ ਸਰਕਾਰ ਉਹਨੇ ਵੀ ਖਰਚ ਨਹੀਂ ਕਰ ਸਕੀ। ਹੁਣ ਰਿਵਾਈਜ਼ਡ ਐਸਟੀਮੇਟ 'ਚ ਸਰਕਾਰ ਨੂੰ ਪੈਸੇ ਜ਼ਿਆਦਾ ਖਰਚ ਕਰਨੇ ਪੈ ਰਹੇ ਸੀ, ਤੁਸੀਂ ਰਿਵਾਈਜ਼ਡ ਤੋਂ ਤੁਸੀਂ ਪਿਛਲੇ ਬਜਟਰੀ ਐਸਟੀਮੇਟ ਤੋਂ ਵੀ ਘਟਾ ਦਿੱਤੀ। ਉਹਦਾ ਕਾਰਨ ਨਹੀਂ, ਉਹਦੇ ਚ ਇੱਕ ਮਿੰਟ 7 ਸਾਲਾਂ ਦਾ ਲੋਐਸਟ ਹੈਗਾ ਨਾ। ਸਭ ਤੋਂ ਮੋਦੀ ਸਰਕਾਰ ਦਾ ਵੀ ਆਪਦਾ ਸਭ ਤੋਂ ਘੱਟ ਹੈ ਇਹ, ਜਿਹੜੇ ਆਇਸ 50 ਸਾਲਾਂ ਚ। ਹਮੀਰ ਗਿਵ ਮੀ ਦਾ ਅਦਰ ਆਨਸਰ। ਔਰ ਇਹਦੇ ਨਾਲ ਮੈਂ ਇੱਕ ਜੋੜਨਾ ਚਾਹੁੰਦਾ ਇਹਦੇ ਚ। ਓਕੇ ਸ਼ੋਰ। ਜਿਹੜਾ ਇਹਨੂੰ ਇਹ ਹੈ ਨਾ ਵੀ ਖੈਰਾਤ ਦਿੰਦੇ ਆ ਅਸੀਂ ਵੀ 100 ਦਿਨ ਐ ਵੰਡ ਰਹੇ ਹਾਂ, ਦੂਜੇ ਚ ਰੁਜ਼ਗਾਰ ਪੈਦਾ ਹੁੰਦਾ ਜੀ। ਮਨਰੇਗਾ ਦੀ ਜਿਹੜੀ ਕੰਟਰੀਬਿਊਸ਼ਨ ਹੈ ਜਾਂ ਮਨਰੇਗਾ ਚ ਜਿਹੜਾ ਖਰਚ ਹੈ, ਉਹ 40% ਮਟੀਰੀਅਲ ਕਾਸਟ ਵੀ ਆ ਉਹਦੇ ਵਿੱਚ ਵੀ ਕੈਪੀਟਲ ਪਾਰਟ ਹੈਗਾ ਤੁਹਾਡਾ। 40% ਕੈਪੀਟਲ ਪਾਰਟ ਹੈ ਉਹਦੇ ਚ ਵੀ। ਘਰ ਤੇ ਆਂਗਣਵਾੜੀ ਤੋਂ ਲੈ ਕੇ ਸਰਕਾਰੀ ਸਕੂਲਾਂ ਦੇ ਫਲਸਾਂ ਤੋਂ ਲੈ ਕੇ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਮਟੀਰੀਅਲ ਕਾਸਟ ਚ ਆਉਂਦੀਆਂ ਨੇ। ਅਲਾਈਡ ਆਕੂਪੇਸ਼ਨ, ਪਸ਼ੂ ਪਾਲਣ ਦੇ ਜੇਕਰ ਸ਼ੈੱਡ ਬਣਾਉਣਾ, ਜੇਕਰ ਬਾਕੀ ਬਣਾਉਣੇ ਨੇ, ਆਰਗੈਨਿਕ ਫਾਰਮਿੰਗ ਦਾ ਜਿੰਨਾ ਸੈਟਅਪ ਕਰਨਾ, ਉਹ ਮਨਰੇਗਾ ਦਾ ਮਟੀਰੀਅਲ ਕਾਸਟ ਹੈ, ਉਹਦੇ ਚ ਲਾ ਸਕਦੇ ਤੁਸੀਂ। ਔਰ ਲਾਈ ਕਿੰਨੀ, ਸੋਚਣਾ ਇਹ ਸਵਾਲ ਹੈ ਕਿ ਤੁਹਾਡਾ ਪ੍ਰਸ਼ਾਸਨਿਕ ਤੰਤਰ ਕਿੰਨਾ ਉਹ ਮਟੀਰੀਅਲ ਅਸੈਟਸ ਬਣਾ ਰਿਹਾ ਜਾਂ ਨਹੀਂ। ਜੇ 40% ਉਹਦੇ ਚ ਤੁਸੀਂ ਇਨਵੋਲਵ ਕਰ ਰਹੇ ਹੋ, ਬਾਕੀ ਕੰਪੋਨੈਂਟ ਜਿਹਦੇ ਤੇ ਤੁਸੀਂ ਖਰਚ ਕਰੋਗੇ ਉਹਦੇ ਤੇ 100% ਕੇਵਲ ਮਟੀਰੀਅਲ ਹੁੰਦਾ, ਉਹਦੇ ਚ ਨਹੀਂ ਲੇਬਰ ਕੰਪੋਨੈਂਟ ਆਉਂਦਾ, ਉਹਦੇ ਚ ਨਹੀਂ ਬਾਕੀ ਦੇ ਕੰਪੋਨੈਂਟ ਆਉਂਦੇ। ਤਾਂ ਇਹਨੂੰ ਇੱਕ ਆਈਸੋਲੇਟਡ ਲੇਬਰ ਵਰਸਸ ਮਟੀਰੀਅਲ ਉਹਦੇ ਚ ਸਰੀਆ ਹੀ ਰਹਿਣੇ ਨੇ। ਉਹਦੇ ਚ ਸਰੀਆ ਖੁਦਾਈ ਕਰਨੀ ਹੈ ਜਾਂ ਕੰਧ ਖੜੀ ਕਰਨੀ ਹੈ ਜਾਂ ਖੂਹ ਬਣਾਉਣਾ, ਉਹਦੇ ਚ ਇੱਟ, ਉਹਦੇ ਚ ਸਰੀਆ, ਉਹਦੇ ਚ ਬਜਰੀ, ਉਹਦੇ ਚ ਵੀ ਤਾਂ ਸਾਰਾ ਕੁਝ ਲਾਊਗਾ ਉਹ ਬਲਕਿ ਉਹ ਮਜ਼ਦੂਰ ਜੀ ਤਾਂ ਤੁਸੀਂ ਲਾਗੂ ਕਰਦੇ ਹੋ ਤਾਂ ਪੰਜੀ ਵੀ ਆਪਦੇ ਕੋਲ ਨਹੀਂ ਰੱਖਦਾ, ਉਹ ਤਾਂ ਸਿੱਧਾ ਮਾਰਕੀਟ 'ਚ ਜਾਂਦਾ ਹੈ। ਆਈ ਐਮ ਹੋਪਿੰਗ ਔਨ ਟੂ ਦਾ ਨੈਕਸਟ ਸੈਗਮੈਂਟ। ਪਰ ਮੈਂ ਜਿਹੜੀ ਹੈ ਨਾ ਦੋ ਸਵਾਲ ਛੱਡ ਕੇ ਜਾਣਾ ਚਾਹੁੰਦਾ। ਬੇਸਿਕਲੀ ਤਾਂ ਇੱਕੋ ਹੀ ਸਵਾਲ ਹੈ ਕਿ ਪਹਿਲੀ ਗੱਲ, ਸਰਕਾਰ ਪੋਲੀਟੀਕਲੀ ਕਿਸ ਤਰ੍ਹਾਂ ਅਫੋਰਡ ਕਰ ਸਕਦੀ ਹੈ। ਸੈਕੰਡਲੀ, ਜਿਹੜੀ ਆਪੋਜੀਸ਼ਨ ਹੈ, ਪਾਰਟਿਕੂਲਰਲੀ ਕਾਂਗਰਸ ਹੈ, ਕਿਉਂਕਿ ਇਹ ਉਹਨਾਂ ਦੀ ਵਿਰਾਸਤ ਸੀ ਨਾ। ਇਹ ਜਿਹੜਾ ਸਾਰਾ ਰਾਈਟਸ ਬੇਸਡ ਆਰਕੀਟੈਕਚਰ ਖੜਾ ਕੀਤਾ ਸੀਗਾ, ਇਹ ਕਾਂਗਰਸ ਨੇ ਖੜਾ ਕੀਤਾ ਸੀ। ਉਹ ਉਸ ਨੂੰ ਕਿਉਂ ਡਿਫੈਂਡ ਨਹੀਂ ਕਰ ਪਾ ਰਹੀ? ਮੈਂ ਕਾਂਗਰਸ ਨੂੰ ਕਿਧਰੇ ਆਪਣੇ ਹੀ ਰਾਈਟਸ ਬੇਸਡ ਸਾਰੀ ਲੈਜਿਸਲੇਸ਼ਨ ਦੇ ਆਰਕੀਟੈਕਚਰ ਨੂੰ ਡਿਫੈਂਡ ਕਰਦਿਆਂ ਨਹੀਂ ਦੇਖਦਾ। ਅਜੇ ਤੱਕ ਮੈਂ ਪੰਜਾਬ ਦੇ ਇੱਕ ਸਿੰਗਲ ਕਾਂਗਰਸੀ ਤੋਂ ਇੱਕ ਸਿੰਗਲ ਟਵੀਟ ਇਹਨਾਂ ਲਾਈਨਸ ਦੇ ਉੱਤੇ ਨਹੀਂ ਦੇਖਿਆ। ਕੰਬਖਤ ਤੁਸੀਂ ਆਪਣੀ ਪਾਰਟੀ ਛੱਡ ਕੇ ਜਾ ਚੁੱਕੇ ਹੋ, ਭਗੌੜੇ ਹੋ ਚੁੱਕੇ ਹੋ, ਤੇ ਸੋਨੀਆ ਗਾਂਧੀ ਤੋਂ ਵੀ ਭਗੌੜੇ ਹੋ ਚੁੱਕੇ ਹੋ ਕਿ ਨਹੀਂ? ਇਹ ਬੜਾ ਇੰਪੋਰਟੈਂਟ ਸਵਾਲ ਹੈ ਔਰ ਮੈਂ ਬਹੁਤ ਸੀਰੀਅਸਲੀ ਪੁੱਛ ਰਿਹਾ। ਵੈਨ ਵੀ ਕਮ ਬੈਕ ਆਫਟਰ ਦਾ ਬ੍ਰੇਕ, ਠੀਕ ਇਸੇ ਗੱਲ ਦੇ ਨਾਲ ਕਿ ਇਹ ਰਾਹੁਲ ਗਾਂਧੀ, ਭਾਰਤ ਜੋੜਨ ਵਾਲੇ ਰਾਹੁਲ ਗਾਂਧੀ ਤੇ ਦੇਸ਼ ਦੀ ਜਿਹੜੀ ਮਾਦਰੇ ਮਿਲਤ ਸਾਡੇ ਸੋਨੀਆ ਗਾਂਧੀ, ਇਹਦੇ ਨਾਲ ਕੌਣ ਖੜਾ ਹੈ ਤੇ ਕੋਈ ਕਾਂਗਰਸੀ ਕੰਬਖਤ ਬਚਿਆ ਕਿ ਨਹੀਂ ਬਚਿਆ? ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਪੇਂਡੂ ਖੇਤਰ ਦਾ ਬਜਟ ਦੇ ਵਿੱਚ ਕਿੰਨਾ ਹਿੱਸਾ ਸੀ। ਬਜਟ ਨੇ ਤੁਹਾਡੇ ਮਜ਼ਦੂਰਾਂ, ਕਿਸਾਨਾਂ, ਕਾਮਿਆਂ, ਫੈਕਟਰੀ ਮਜ਼ਦੂਰਾਂ ਨਾਲ, ਦਲਿਤਾਂ ਨਾਲ, ਹਾਸ਼ੀਏ ਤੱਕਿਆਂ ਨਾਲ ਕੀ ਕੀਤਾ ਹੈ। ਤੇ ਇਹਦੇ ਬਾਰੇ ਜੇ ਤਾਂ ਇੱਕ ਤਾਂ ਸਾਲਾਨਾ ਰਸਮ ਹੈ ਕਿ ਬਜਟ ਪੇਸ਼ ਹੋ ਗਿਆ, ਆਪੋਜੀਸ਼ਨ ਉਹਨੂੰ ਕ੍ਰਿਟੀਸਾਈਜ਼ ਕਰ ਦਿੱਤਾ ਤੇ ਨਵਾਂ ਕੋਈ ਡਰਾਮਾ ਸ਼ੁਰੂ ਹੋ ਜਾਏਗਾ, ਕ੍ਰਿਕਟ ਦੇ ਮੈਚ ਸ਼ੁਰੂ ਹੋ ਜਾਣਗੇ, ਉਹ ਇੱਕ ਵੱਖਰੀਆਂ ਗੱਲਾਂ ਨੇ। ਪਰ ਜੇ ਸੀਰੀਅਸਲੀ ਲੈਣਾ ਹੈ
ਤਾਂ ਪੋਲੀਟੀਕਲ ਪਾਰਟੀਆਂ ਦਾ ਬਜਟ ਦੇ ਨਾਲ ਰਿਲੇਸ਼ਨਸ਼ਿਪ ਕਿਸ ਕਿਸਮ ਦੀ ਹੈ? ਸਾਡੇ ਨਾਲ ਡਾਕਟਰ ਪਿਆਰਾ ਲਾਲ ਗਰਗ ਨੇ ਤੇ ਹਮੀਰ ਸਿੰਘ ਜੀ ਨੇ। ਹਮੀਰ ਸਿੰਘ ਜੀ, ਮੈਂ ਉਹ ਪੋਲੀਟੀਕਲ ਸਵਾਲ ਖੜਾ ਕਰ ਰਿਹਾ ਸੀ। ਮੈਂ ਇਹ ਇੱਕ ਤਾਂ ਨਾ ਸੋਨੀਆ ਗਾਂਧੀ ਨੇ ਇੱਕ ਬੜਾ ਮੇਜਰ ਆਰਟੀਕਲ ਅਖਬਾਰਾਂ ਦੇ ਵਿੱਚ ਲਿਖਿਆ, ਨੁਮਾਇਆਂ ਰੂਪ ਦੇ ਵਿੱਚ ਉਹ ਰਾਸ਼ਟਰੀ ਅਖਬਾਰਾਂ ਦੇ ਵਿੱਚ ਛਪਿਆ, ਤੇ ਉਹਦੇ ਵਿੱਚ ਉਹਨਾਂ ਨੇ ਬਜਟ ਨੂੰ ਪੂਰੀ ਤਰ੍ਹਾਂ ਨਾਲ ਐਨਾਲਾਈਜ਼ ਕੀਤਾ, ਬਰੀਕੀ ਵਿੱਚ ਗਏ ਨੇ, ਸਰਕਾਰ ਦੀਆਂ ਪਾਲਿਸੀਜ਼ ਦੀ ਪੋਲੀਟੀਕਲ ਇਕਨੋਮੀ ਨੂੰ ਵੀ ਰੇਖਾਂਕਿਤ ਕੀਤਾ, ਫਿਗਰਸ ਦਾ ਜ਼ਿਕਰ ਕੀਤਾ, ਕਿੰਨੇ % ਘਟਾਈਆਂ ਗਈਆਂ ਨੇ। ਇੱਕ ਜ਼ਿੰਮੇਵਾਰ ਓਪੋਨੈਂਟ ਦੇ ਤੌਰ ਦੇ ਉੱਤੇ ਇਹ ਚੰਗੀ ਗੱਲ ਹੈ। ਹੈਰਾਨੀ ਮੈਨੂੰ ਇਸ ਗੱਲ ਦੀ ਹੁੰਦੀ ਹੈ ਵੀ ਇਹ ਕੈਸੀ ਕਾਂਗਰਸ ਹੈ ਸਾਡੇ ਪੰਜਾਬ ਦੀ ਕਿ ਕਾਂਗਰਸ ਦੇ ਪ੍ਰਧਾਨ ਤੋਂ ਲੈ ਕੇ ਸਾਰੇ ਡਿਸਟ੍ਰਿਕਾਂ ਦੇ ਪ੍ਰਧਾਨਾਂ ਤੱਕ ਤੇ ਕਾਂਗਰਸ ਦੇ ਨੁਮਾਇਆਂ ਜਿੰਨੇ ਕੋ ਵਿਧਾਇਕ ਨੇ ਤੇ ਜਿੰਨੇ ਕੋ ਵਿਧਾਇਕ ਲੜੇ ਸੀ, ਉਹਨਾਂ ਚੋਂ ਇੱਕ ਸਿੰਗਲ ਆਦਮੀ ਨੇ ਵੀ ਸੋਨੀਆ ਗਾਂਧੀ ਦੇ ਆਰਟੀਕਲ ਨੂੰ ਟਵੀਟ ਤੱਕ ਨਹੀਂ ਕੀਤਾ ਕਿ ਇਹ ਸਾਡਾ ਬਿਆਨ ਹੈ। ਨਾ ਹੀ ਉਹਨਾਂ ਨੇ ਕਿਸੇ ਇੱਕ ਸਿੰਗਲ ਲਾਈਨ ਬਾਰੇ ਕਦੀ ਬਿਆਨ ਦਿੱਤਾ ਹੈ ਕਿ ਸਾਡੀ ਮਾਦਰੇ ਮਿਲਤ ਇਹ ਕਹਿ ਰਹੀ ਹੈ ਤੇ ਸਾਡੀ ਵੀ ਜਿਹੜੀ ਆਵਾਜ਼ ਹੈ ਉਹਦੇ ਨਾਲ ਹੈਗੀ ਹੈ। ਮੈਂ ਕਿਸੇ ਕਾਂਗਰਸੀ ਦਾ ਬਿਆਨ ਨਹੀਂ ਪੜਿਆ। ਤੁਸੀਂ ਕਿਹਾ ਉਹ 5 ਕਿਲੋ ਦਾ ਜਿਹੜਾ ਮੁਫਤ ਅਨਾਜ ਸੀਗਾ ਉਹ ਘਟਾ ਦਿੱਤਾ ਗਿਆ, ਤੇ ਇਹਦੇ ਬਾਰੇ ਬਿਆਨ ਦੇਣ ਦਾ ਕੰਮ ਉੱਤੇ ਪਵਨ ਖੇੜਾ ਦਾ ਹੁੰਦਾ, ਉਹਨਾਂ ਦੇ ਨੈਸ਼ਨਲ ਸਪੋਕਸਪਰਸਨ ਦਾ, ਜਾਂ ਅਭਿਸ਼ੇਕ ਮਨੂ ਸਿੰਘਵੀ ਦਾ, ਜਾਂ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਗੱਲ ਕਰੇਗਾ ਜਾਂ ਸੋਨੀਆ ਗਾਂਧੀ ਗੱਲ ਕਰੇਗੀ। ਮਤਲਬ 7-8 ਜੇ ਕਾਂਗਰਸੀ ਨੇ ਤਾਂ ਆਪਣੀ ਰਜਿਸਟ੍ਰੇਸ਼ਨ ਕਰਾ ਲੈਣ ਉੱਥੇ ਇੱਕ ਸੈਪਰੇਟ, ਕਿਉਂਕਿ ਇਹ ਪਾਰਟੀ ਕੋਈ ਹੋਰ ਲੱਗਦੀ ਹੈ ਜਿਹੜੀ ਆਪਣੇ ਪੋਲੀਟੀਕਲ ਇਕਨੋਮੀ ਨੂੰ, ਆਪਣੇ ਬਣਾਏ ਹੋਏ ਆਰਕੀਟੈਕਚਰ ਨੂੰ, ਆਪਣੇ ਮਨਰੇਗਾ ਨੂੰ, ਆਪਣੇ ਰਾਈਟ ਟੂ ਐਜੂਕੇਸ਼ਨ ਨੂੰ, ਆਪਣੇ ਰਾਈਟ ਟੂ ਇਨਫੋਰਮੇਸ਼ਨ ਨੂੰ, ਇਹਨਾਂ ਸਾਰੀ ਕਾਨੂੰਨ ਸਾਜ਼ੀ ਨੂੰ ਬਿਲਕੁਲ ਡਿਫੈਂਡ ਨਹੀਂ ਕਰਦੀ। ਵਾਟ ਕਾਈਂਡ ਆਫ ਪੋਲਿਟਿਕਸ ਇਜ਼ ਦਿਸ? ਇਹਦਾ ਮਤਲਬ ਵਿਰੋਧੀ ਤਾਂ ਹੈ ਹੀ ਨਹੀਂ ਹੈ ਕੋਈ, ਸਿਰਫ ਰਾਜ ਕਰਨ ਵਾਲੀ ਪਾਰਟੀ ਹੈ। ਨਹੀਂ, ਵਿਰੋਧੀ ਇੱਕ ਤਾਂ ਇਸ ਕਰਕੇ ਨਹੀਂ ਕੋਈ ਓਵਰਆਲ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ ਉਹਦੇ ਨਾਲ ਤਾਂ ਸਾਰੇ ਹਾਥੀ ਦੀ ਪੈੜ ਤੋਂ ਸਾਰੇ ਹੀ ਨੇ ਜਿਹੜੇ ਮੇਨ ਸਟ੍ਰੀਮ ਧਿਰਾਂ ਨੇ। ਚਲੋ ਮੈਂ ਮੰਨ ਵੀ ਹੈ ਨਾ, ਓਵਰਆਲ ਜਿਹੜਾ ਕਾਰਪੋਰੇਟ ਦਾ। ਜੀ ਹਾਂ, ਇੱਕ ਗੱਲ ਨਾਲ ਹੋ ਰਿਹਾ ਕਿ ਰਾਹੁਲ ਗਾਂਧੀ ਜਿਹੜਾ ਬਿਰਤਾਂਤ ਸਿਰਜ ਰਹੇ ਸੀ ਉਹ ਅਡਾਨੀ ਅੰਬਾਨੀ ਦੋ ਦੇ ਨਾਂ ਤੇ ਸਿਰਜੇ ਵੀ ਕਾਰਪੋਰੇਟ ਚੋਂ ਵੀ ਤੁਸੀਂ ਥੋੜਿਆਂ ਨੂੰ ਕਿਉਂ ਪਾਲ ਰਹੇ ਹੋ, ਥੋੜੇ ਜਿਹੜੇ ਇੱਕ ਦੋ ਬੰਦੇ ਨੇ। ਬਿਲਕੁਲ। ਔਰ ਇਹ ਆਪਦੇ ਆਪ ਚ ਵੀ ਇੱਕ ਗੱਲ ਹੈ। ਔਰ ਤੀਜੀ ਗੱਲ ਉਹਦੇ ਚ ਇਹ ਹੈ ਕਿ ਮੈਨੂੰ ਲੱਗਦਾ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਅੱਗੇ ਇਕਨੋਮਿਕ ਔਰ ਪੋਲੀਟੀਕਲ ਇਸ਼ੂ ਦੀ ਲਿਟਰੇਸੀ ਸੀ ਉਹ ਜ਼ੀਰੋ ਵੱਲ ਵੱਧ ਰਹੀ ਹੈ। ਉਹ ਤਾਂ ਕਹਿੰਦਾ ਟਿਕਟ ਕਿਵੇਂ ਮਿਲੇ, ਮੈਂ ਚੀਫ ਮਿਨਿਸਟਰ ਕਿਵੇਂ ਬਣਾ, ਮੈਂ ਦੂਜੇ ਨੂੰ ਲਾ ਕੇ ਪ੍ਰਧਾਨ ਕਿਵੇਂ ਬਣਾ, ਮੇਰੇ ਕੋਲ ਕੁਰਸੀ ਕਿਵੇਂ ਆ। ਕਦੇ ਤੁਸੀਂ ਦੇਖਿਆ ਕਿ ਇਹਨਾਂ ਮੁੱਦਿਆਂ ਤੇ ਉਹਨਾਂ ਦੀ ਕਦੇ ਵਰਕਸ਼ਾਪ ਲਾਈ ਹੋਵੇ, ਪਾਰਟੀ ਨੇ ਲਾਈ ਹੋਵੇ, ਕੋਈ ਬੰਦੇ ਬੁਲਾ ਕੇ ਉਹਨਾਂ ਨੂੰ ਪਤਾ ਹੋਵੇ? ਔਰ ਜਿਹੜੇ ਮੰਨ ਲਓ ਰਾਜਾ ਵੜਿੰਗ ਹੋਵੇ ਜਾਂ ਜਿਹੜੇ ਮਰਜ਼ੀ ਬੰਦੇ ਹੁਣ, ਉਹਨਾਂ ਨੂੰ ਪੁੱਛ ਲਓ ਕਿ ਕੀ ਕਹਿੰਦੀ ਹੈ। ਲੋਕਾਂ ਨੂੰ ਪੁੱਛ ਲੈਣੇ ਆ ਵੀ ਤੁਸੀਂ ਆਪਣੇ ਦਿਮਾਗ 'ਚ ਸੋਚੋ, ਆ ਜਗ੍ਹਾ ਤੇ ਆਪਣੇ ਕੋਲ ਕਾਫੀ ਸਾਰੀ ਪਈ ਆ ਟੇਬਲ ਦੇ ਉੱਤੇ, ਵੀ ਕਿਹੜਾ ਤੀਸਰਾ ਕਾਂਗਰਸੀ ਤੁਹਾਡੇ ਦਿਮਾਗ ਵਿੱਚ ਆਂਦਾ ਜਿਹਦੀ ਇੱਥੇ ਜੇ ਕੁਰਸੀ ਲੱਗੀ ਹੋਵੇ ਤੇ ਇਸ ਡਿਬੇਟ ਦੇ ਵਿੱਚ ਉਹ ਅੰਕੜਿਆਂ ਦੇ ਨਾਲ ਬਰਾਬਰ ਦੀ ਬਹਿਸ ਦੇ ਵਿੱਚ ਸ਼ਰੀਕ ਹੋ ਸਕਦਾ ਸੀ। ਫਿਰ ਉਹਨੂੰ ਨਾ ਬੁਲਾਉਣ ਦੀ ਜਿਹੜੀ ਖਤਾ ਹੈ ਉਹ ਮੇਰੀ ਮੰਨੀ ਜਾਵੇ। ਹਾਲਾਂਕਿ ਉਹ ਨਾਮ ਤੁਸੀਂ ਸੋਚ ਲਓ। ਕਾਰਪੋਰੇਟ ਪਾਲਿਸੀ ਦੇ ਬਾਵਜੂਦ ਰਾਈਟ ਟੂ ਇਨਫੋਰਮੇਸ਼ਨ ਤੇ ਮਨਰੇਗਾ ਇਹ ਦੋ ਵੱਡੇ ਮੁੱਦੇ ਸੀ ਜਿਨ੍ਹਾਂ ਨੇ ਮਨਮੋਹਨ ਸਿੰਘ ਦੀ ਸਰਕਾਰ ਰਿਪੀਟ ਕਰਾਈ ਸੀ ਉਦੋਂ, ਕਿਉਂਕਿ ਲੋਕਾਂ ਨੂੰ ਇਹ ਲੱਗਿਆ ਸੀ ਕਿ 2009 ਦੇ ਵਿੱਚ ਕਿ ਸਾਨੂੰ ਉਹ ਲੱਗਿਆ, ਔਰ ਤੁਹਾਨੂੰ ਉਹ ਲੱਗਿਆ ਹੀ ਨਹੀਂ ਕਿ ਇਸ ਲੈਵਲ ਦੇ ਤੁਸੀਂ ਕੰਮ ਕਰ ਸਕਦੇ ਹੋ। ਕੱਲੇ ਉਹ ਨਹੀਂ, ਮੈਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੀ ਵੀ ਗੱਲ ਕਰਾਂ ਜੇਕਰ, ਬਿਲਕੁਲ ਇਹ ਕਿਰਤੀ ਦਾ ਕੁਐਸਚਨ ਹੈ। ਬਿਲਕੁਲ, ਕਿਰਤ ਕਰੋ ਨਾਮ ਜਪੋ ਵੰਡ ਸਕੋ, ਉਹਦਾ ਸਿਧਾਂਤ ਇੱਥੇ ਹੈ। ਮੈਨੂੰ ਨਹੀਂ ਅਕਾਲੀ ਦਲ ਦੀ ਆਵਾਜ਼ ਸੁਣਾਈ ਦਿੱਤੀ ਭਾਈ, ਮਨਰੇਗਾ ਦੀ ਜਿਹੜੇ ਪੈਸੇ ਨੇ ਇਹ ਮਿਨੀਮਮ ਵੇਜ ਦੇ ਨਾਲ ਕਿਉਂ ਨਹੀਂ ਜੋੜੇ ਜਾਂਦੇ? ਉਹ ਇਸ਼ੂ ਕਿਉਂ ਨਹੀਂ ਹੈ ਸਾਡੇ ਤਾਂ? ਸਗੋਂ ਸਭ ਤੋਂ ਅਕਾਲੀਆਂ ਦਾ ਇਸ਼ੂ ਨਹੀਂ ਹੈਗਾ, ਕਿਰਤੀ ਦਾ ਇਸ਼ੂ ਸਾਡੇ ਲਈ ਸਭ ਤੋਂ ਬੜਾ ਹੈ। ਇਹ ਤਾਂ ਆਮ ਆਦਮੀ ਪਾਰਟੀ ਇਸ਼ੂ ਬਣਾ ਲਵੇ, ਉਹਨਾਂ ਦਾ ਕਿਉਂ ਨਹੀਂ ਹੈਗਾ? ਆਮ ਆਦਮੀ ਕਿਵੇਂ ਬਣਾਏਗੀ? ਮੋਦੀ ਦੀ ਵਿਰੋਧਤਾ ਆਮ ਆਦਮੀ ਕਿਵੇਂ ਬਣਾਏਗੀ? 10,000 ਨਹੀਂ ਬਣਾ ਸਕਦੀ, ਕੰਧ ਟੱਪ ਕੇ ਜੇ ਪਤਾ ਚੱਲ ਜਾਵੇ ਬੇਨਤੀ, ਇੱਕ ਮਿੰਟ 4 ਲੱਖ ਲੈ ਕੇ ਜੇ ਕੰਧ ਟੱਪ ਕੇ ਚਲਾ ਜਾਏ ਫਿਰ ਤਾਂ ਬਣਾ ਸਕਦਾ। ਮੈਂ ਦੱਸਦਾ ਕਿਵੇਂ ਨਹੀਂ ਬਣਾ ਰਹੀ। ਮਨਰੇਗਾ ਦੇ ਉੱਤੇ ਜਿੰਨਾ ਪੈਸਾ ਆਇਆ ਸੀ, ਮਨਰੇਗਾ ਦਾ ਅੱਜ ਦਾ 18 ਫਰਵਰੀ ਦਾ ਜੋ ਡਾਟਾ ਹੈ ਨੈਸ਼ਨਲ ਰਿਪੋਰਟ ਤੇ ਪੰਜਾਬ ਦਾ, 10,914 ਘਰਾਂ ਨੂੰ 100 ਦਿਨ ਦਾ ਰੁਜ਼ਗਾਰ ਦਿੱਤਾ। ਸਿਰਫ 10,914 ਘਰਾਂ ਨੂੰ 12 ਲੱਖ ਘਰਾਂ ਚੋਂ 12.9 ਲੱਖ ਘਰਾਂ ਚੋਂ। ਇਹ ਆਪ ਪਾਰਟੀ ਦਾ ਸਰਕਾਰ ਹੈ। ਕਿੰਨੇ ਦਿਨ ਰੁਜ਼ਗਾਰ ਮਿਲਦਾ ਪੰਜਾਬ ਦੇ ਵਿੱਚ? ਨਹੀਂ, ਐਵਰੇਜ ਰੁਜ਼ਗਾਰ ਆਇਆ 25 ਦਿਨ। ਅਸੀਂ ਨੈਸ਼ਨਲ ਐਵਰੇਜ ਤੋਂ ਨੀਚੇ ਹਾਂ। ਅੱਜ ਦਾ 25 ਦਿਨ ਹੈ, ਉਹ 42 ਦਿਨ ਹੈ। ਅੱਜ ਦਾ 25 ਦਿਨ ਹੈ, ਅੱਜ ਦਾ ਰਿਕਾਰਡ ਹੈ। ਅੱਜ ਦਾ 25 ਦਿਨ ਹੈ ਜਿੱਥੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ, ਜਿੱਥੇ ਮਜ਼ਦੂਰ ਖੁਦਕੁਸ਼ੀਆਂ। ਜਿਹੜੇ ਪਰਿਵਾਰਾਂ ਨੂੰ 100 ਦਾ ਰੁਜ਼ਗਾਰ ਦਿੱਤਾ ਉਹ ਵੀ 10,910। ਅਜੇ ਤੱਕ ਪੰਜਾਬ ਦੀ ਸਰਕਾਰ ਨੇ ਡਾਕਟਰ ਸਾਹਿਬ ਬੇਰੁਜ਼ਗਾਰੀ ਭੱਤੇ ਤਾਂ ਨਿਯਮ ਨਹੀਂ ਬਣਾਏ ਤੇ ਉਹ ਨਹੀਂ ਕੀਤੇ। ਹੁਣ ਮੈਂ ਦੂਜੀ ਗੱਲ ਤੁਹਾਡੇ ਸਵਾਲ ਦਾ ਜਵਾਬ ਦਿੰਦਾ। ਕਿੰਨੇ ਸਾਲਾਂ ਦੇ ਵਿੱਚ ਨਹੀਂ ਬਣਾਏ? ਤੁਸੀਂ ਦੇਖ ਲਓ 2005 ਤੋਂ ਲੈ ਕੇ 2005 ਤੋਂ ਲੈ ਕੇ 2013 ਸਾਰੀਆਂ ਸਰਕਾਰਾਂ ਦੇ ਵਿੱਚ ਉਹਦੇ ਨਿਯਮ ਨਹੀਂ ਬਣਾਏ ਜਿਹਦੇ ਥੱਲੇ ਜੇ ਤੁਸੀਂ ਮਨਰੇਗਾ ਦੇ ਨਾਲ ਰੁਜ਼ਗਾਰ ਨਹੀਂ ਦੇ ਸਕਦੇ ਤਾਂ ਬੇਰੁਜ਼ਗਾਰੀ ਭੱਤਾ ਦੇਣਾ ਪਏਗਾ, ਤੇ ਉਹ ਪੈਸੇ ਕੇਂਦਰ ਤੋਂ ਮਿਲਨੇ ਹਨ। ਨਹੀਂ ਨਾ ਉਹ ਇਹਨਾਂ ਨੇ ਜੇ ਬੇਰੁਜ਼ਗਾਰੀ ਭੱਤਾ ਤੁਸੀਂ ਕੰਮ ਨਹੀਂ ਦਿੱਤਾ, ਇਹੀ ਤਾਂ ਇਹਨਾਂ ਤੇ ਡੰਡਾ ਸੀ। ਅੱਛਾ, ਜੇ ਕੰਮ ਨਹੀਂ ਦਿੱਤਾ ਤਾਂ ਇਹਨਾਂ ਨੂੰ ਪੈਸੇ ਦੇਣੇ ਪੈਣਗੇ, ਤੁਹਾਨੂੰ ਦੇਣੇ ਪੈਣਗੇ। ਔਰ ਗੈਰ ਸੰਵਿਧਾਨਿਕ ਕੰਮ ਦਿੱਤਾ ਤਾਂ ਪੈਸੇ ਸੈਂਟਰ ਤੋਂ ਆਣੇ। ਸੈਂਟਰ ਤੋਂ ਆਣੇ। ਤੁਸੀਂ ਬੇਸਿਕਲੀ ਸੈਂਟਰ ਤੋਂ ਪੈਸੇ
ਲੈਣ ਜੋਗਾ ਵੀ ਕੰਮ ਨਹੀਂ ਕਰਦੇ ਤੇ ਆਪਣੀ ਨਲਾਇਕੀ ਛੁਪਾ ਲਈ, ਉਹਦੇ ਨਿਯਮ ਨਹੀਂ ਬਣਾਉਂਦੇ ਤਾਂ ਕਿ ਤੁਹਾਡੀ ਜੇਬ ਚੋਂ ਨਾ ਚਲੇ ਹਾਂ ਹੁਣ ਮੈਂ ਜਿਹੜਾ ਤੁਹਾਡਾ ਨਲਾਇਕ ਦੂਜਾ ਵੀ ਸਵਾਲ ਉਹ ਬੇਈਮਾਨ ਵੀ। ਹਾਂ ਜਿਹੜਾ ਦੂਜਾ ਸਵਾਲ ਹੈ, ਇਹ ਕਰਦੇ ਕਿਉਂ ਨਹੀਂ? ਇਹ ਬਹੁਤ ਸਾਰੇ ਲੋਕ ਆਮ ਹੀ ਦੇਖਦੇ ਨੇ, ਸੁਣਦੇ ਸੀ। ਹੁਣ 3 ਬੜੇ ਮਹਾਨ ਅਰਥ ਸ਼ਾਸਤਰੀ ਜਿਹੜੇ ਦੇਸ਼ ਦੇ ਨੇ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ। ਬੜਾ ਵੱਡਾ ਆਰਟੀਕਲ ਛਪਿਆ ਹੋਇਆ ਹੈ, ਤਿੰਨਾਂ ਦਾ ਇਕੱਠਾ ਹੀ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਉਂਕਿ ਸਰਕਾਰ ਨੂੰ ਪਤਾ ਲੱਗ ਗਿਆ ਕਿ ਆਹ ਵਿਕਾਸ ਨਾਲ, ਪਿੰਡਾਂ ਨੂੰ ਕੁਝ ਦੇਣ ਨਾਲ ਕੋਈ ਵੋਟ ਨਹੀਂ ਮਿਲਦੀ, ਵੋਟ ਅਸੀਂ ਭੀੜ ਤੰਤਰ ਨਾਲ ਲੈ ਲੈਂਦੇ ਹਾਂ, ਤੇ ਉਹ ਭੀੜ ਤੰਤਰ ਦੇ ਵੱਲ ਜ਼ਿਆਦਾ ਪੈਸੇ ਜੋਰ ਲਾਣਗੇ। ਉਹ ਵੋਟ, ਕਿਉਂਕਿ ਸਵਾਲ 24 ਚੋਣਾਂ ਨਾਲ ਕਿਹਾ ਵੀ 24 ਚੋਣਾਂ ਆ ਰਹੀਆਂ ਨੇ, ਉਹਨਾਂ ਨੂੰ ਚੋਣਾਂ ਦੀ ਕੋਈ ਚਿੰਤਾ ਨਹੀਂ ਹੈ। ਔਰ ਇਹ ਮੈਂ ਪਿਛਲੀਆਂ ਚੋਣਾਂ ਵੇਲੇ ਬੀਜੇਪੀ ਦੇ ਬੰਦਿਆਂ ਨੂੰ ਕਹਿੰਦੇ ਸੁਣਿਆ ਸੀ ਵੀ ਮੋਦੀ ਸਾਹਿਬ ਨੇ ਕਿਹਾ ਕੋਈ ਅਸੀਂ ਰਿਆਇਤ ਰੂਤ ਨਹੀਂ ਦੇਣੀ ਜਿਹਨੇ ਸਾਨੂੰ ਵੋਟ ਪਾਉਣੀ ਪਵੇ, ਉਹਨਾਂ ਨੂੰ ਚੋਣਾਂ ਦੀ ਚਿੰਤਾ ਨਹੀਂ ਹੈ। ਹਾਂ ਅੱਛਾ ਮੈਨੂੰ ਇਹ ਦੱਸੋ, ਇਹ ਐਜੂਕੇਸ਼ਨ ਬਾਰੇ, ਰੋਟੀ ਬਾਰੇ, ਫੂਡ ਬਾਰੇ ਜੀ, ਕੰਮ ਬਾਰੇ, ਮਨਰੇਗਾ ਕੰਮ ਬਾਰੇ ਹੋ ਗਿਆ, ਐਜੂਕੇਸ਼ਨ ਬਾਰੇ ਰਾਈਟ ਟੂ ਐਜੂਕੇਸ਼ਨ ਐਕਟ ਹੋ ਗਿਆ, ਫੂਡ ਬਾਰੇ ਫੂਡ ਸਿਕਿਉਰਿਟੀ ਐਕਟ ਬਣਾਇਆ ਉਹਨਾਂ ਨੇ, ਨਿਊਟ੍ਰੀਸ਼ਨ ਬਾਰੇ, ਨਿਊਟ੍ਰੀਸ਼ਨ, ਇਹ ਸਾਰਾ ਕਾਂਗਰਸ ਦਾ ਬਣਾਇਆ ਹੋਇਆ ਰਾਈਟਸ ਬੇਸਡ ਆਰਕੀਟੈਕਚਰ ਸੀਗਾ ਸਾਰਾ। ਮਨਰੇਗਾ ਦੇ ਪੈਸੇ ਕੁੱਲ 1/3 ਤੀਜਾ ਹਿੱਸਾ ਘਟਾ ਦਿੱਤੇ ਨੇ, ਜਿਹਦੇ ਵਿੱਚ ਮਤਲਬ ਥੋੜਾ ਜਿਹਾ ਵੀ ਵਧਾ ਦਿੰਦਾ ਬੰਦਾ ਅਲੱਗ ਹੁੰਦਾ, ਤੀਜਾ ਹਿੱਸਾ ਪੈਸੇ ਘਟਾ ਦਿੱਤੇ ਨੇ। ਮਨਰੇਗਾ ਦੀ ਦਿਹਾੜੀ ਦਾ ਸਬੰਧ ਉਹ ਨਹੀਂ ਬਣਾ ਰਹੇ, ਘੱਟੋ ਘੱਟ ਦਿਹਾੜੀ ਦੇ ਨਾਲ, ਮਿਨੀਮਮ ਵੇਜਸ ਦੇ ਨਾਲ ਉਹ ਨਹੀਂ ਜੋੜ ਰਹੇ। ਸਰਵ ਸਿੱਖਿਆ ਅਭਿਆਨ ਜਿਹਨੂੰ ਇਹਨਾਂ ਨੇ ਰੀਬ੍ਰਾਂਡ ਜਾਂ ਕਰ ਦਿੱਤਾ ਹੈ, ਉਹ ਪਿਛਲੇ 3 ਸਾਲਾਂ ਤੋਂ ਉੱਥੇ ਦੀ ਉੱਥੇ ਹੀ ਲੋਕੇਸ਼ਨਾਂ ਖੜੀਆਂ ਨੇ, ਸਟੈਗਨੈਂਟ ਹੈਗੀਆਂ ਨੇ। ਮਿਡ ਡੇ ਮੀਲ ਸਕੀਮ ਦੇ ਪੈਸੇ 10% ਘਟਾ ਦਿੱਤੇ ਜਾਂਦੇ ਨੇ। 5 ਕਿਲੋ ਫ੍ਰੀ ਰਾਸ਼ਨ ਗਰੀਬਾਂ ਦਾ ਕੱਟ ਦਿੱਤਾ ਜਾਂਦਾ ਹੈ। ਜਿਹੜੇ ਮਾਈਨੋਰਿਟੀਜ਼ ਦੇ ਜਾਂ ਡਿਸੇਬਲਡ ਦੀਆਂ ਜਿਹੜੀਆਂ ਸਕੀਮਾਂ ਨੇ, ਜਾਂ ਜਿਹੜੀਆਂ ਬਜ਼ੁਰਗਾਂ ਦੇ ਪੈਨਸ਼ਨ ਨੇ, ਉਹ ਸਾਰੀਆਂ ਜਿਹੜੀਆਂ ਨੇ ਉਹ ਵੀ ਘਟ ਰਹੀਆਂ ਨੇ ਜਾਂ ਸਟੈਗਨੈਂਟ ਨੇ। ਉਹਦੇ ਵਿੱਚ ਐਡ ਕਰ ਲਓ ਜਿਹੜਾ ਇਨਫਲੇਸ਼ਨ ਦੀ ਫਿਗਰ ਆਉਂਦੀ ਹੈ, ਇਹਨੂੰ ਜੇ ਆਪਾਂ ਉਹਦੇ 'ਚ ਐਡ ਕਰ ਦਈਏ, ਹੁਣ ਆਹ ਗੱਲਾਂ ਹੀ 24/7 ਬੋਲਣੀਆਂ ਨੇ ਤੇ ਮੋਦੀ ਸਰਕਾਰ ਦੇ ਪੱਲੇ ਕੀ ਬਚੇਗਾ? ਤੇ ਕਾਂਗਰਸੀ ਕੋਈ ਪੰਜਾਬ 'ਚ ਗੱਲ ਕਿਉਂ ਨਹੀਂ ਕਰ ਰਿਹਾ? ਇਹ ਕੋਈ ਅੰਦਰ ਖਾਤੇ ਰਲਿਆ ਹੋਇਆ ਅਕਾਲੀ ਕਿਉਂ ਨਹੀਂ ਕਰ ਰਿਹਾ? ਆਮ ਆਦਮੀ ਪਾਰਟੀ ਕਿਉਂ ਨਹੀਂ ਕਰ ਰਹੀ? ਕਾਂਗਰਸ ਕੰਬਖਤ ਆਪਣੇ ਆਪ ਨੂੰ ਡਿਫੈਂਡ ਕਿਉਂ ਨਹੀਂ ਕਰ ਰਹੀ? ਤੇ ਜੇ ਕਿਸੇ ਨੇ ਕੁਝ ਨਹੀਂ ਕਰਨਾ ਤੇ ਫਿਰ ਜੋ ਮੋਦੀ ਸਾਹਿਬ ਕਰ ਰਹੇ ਨੇ ਫਿਰ ਉਹ ਠੀਕ ਹੀ ਹੈ, ਫਿਰ ਕਿਉਂ ਕਰਨਗੇ? ਉਹ ਕਿਉਂ ਚਿੰਤਾ ਕਰਨਗੇ 2024 ਦੀ? ਤੁਹਾਡੀ ਗੱਲ ਬਿਲਕੁਲ ਠੀਕ ਆਪ ਜੀ ਦੀ। ਇਸ਼ੂ ਕਿੱਥੇ ਖੜਾ ਹੈ? ਇੱਥੇ ਕਾਂਗਰਸੀਆਂ ਨੇ ਨਾ ਪਹਿਲਾਂ ਕਦੇ ਕਰੀ ਆ, ਜਿੰਨਾ ਚਿਰ ਉਤਲੀ ਕਾਂਗਰਸ ਮਾੜਾ ਮੋਟਾ ਕਰਦੀ ਸੀ। ਹੁਣ ਇਹ ਸਾਡੇ ਵੱਲ ਤਾਂ ਉਦੋਂ ਰਾਹੁਲ ਗਾਂਧੀ ਦੀ ਯਾਤਰਾ ਇੱਥੇ ਆਪਾਂ ਥੱਲੇ ਕਾਂਗਰਸ ਨਹੀਂ ਹੈਗੀ, ਤੁਹਾਡੇ ਸਾਹਮਣੇ ਹੀ ਹੈ, ਸਾਰੇ ਉੱਧਰ ਜਾਈ ਜਾਂਦੇ ਨੇ ਕਾਂਗਰਸ ਪਾਰਟੀ। ਹੁਣ ਇੱਥੇ ਜਿਹਨੇ ਗੱਲ ਕਰਨੀ ਸੀ, ਜਿਹੜਾ ਇਸ ਸਿਧਾਂਤ ਨਾਲ ਜੁੜਿਆ ਹੋਇਆ, ਜਿਹਦਾ ਫਲਸਫਾ ਜੁੜਿਆ ਹੋਇਆ, ਉਹ ਕਰਨੀ ਸੀ ਅਕਾਲੀ ਦਲ ਨੇ। ਵੀ ਐਂ ਦੱਸੋ ਪੰਜਾਬ ਦਾ ਤੁਸੀਂ ਕਰ ਕੀ ਰਹੇ ਹੋ? ਪੰਜਾਬ ਦਾ ਕਿਸਾਨ ਭੁੱਖਾ ਮਰ ਰਿਹਾ, ਉਹ ਵੀ ਕਿਉਂਕਿ ਉਹ ਟਰਮੀਨੋਲੋਜੀ ਨਹੀਂ ਅਡਾਪਟ ਕਰ ਰਹੇ। ਹਾਂ, ਜਿਹੜੀ ਕਿਰਤ ਨਾਲ, ਜੋ ਹਮੀਰ ਸਿੰਘ ਜੀ ਨੇ ਕਿਹਾ, ਜਿਹੜੀ ਕਿਰਤ ਦਾ ਸਿਧਾਂਤ ਹੈ, ਘਾਲ ਖਾਏ ਕੇ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ, ਉਹ ਜਿਹੜਾ ਕਿਰਤ ਦਾ ਸਿਧਾਂਤ ਹੈ, ਕਿਰਤ ਕਰਦਿਆਂ ਜੀਓ ਤੂੰ, ਖਾਂਦਿਆਂ ਸੁੱਖ ਪੁੰਚ, ਉਹ ਖਾਣ ਨੂੰ ਕਿੱਥੋਂ ਮਿਲਣਾ? ਕਿਰਤ ਨਹੀਂ ਮਿਲਣੀ। ਸੋ ਇਹ ਜਿਹੜੀ ਕਿਰਤ ਦੇ ਨਾਲ ਜਿਹੜੀ ਪਾਰਟੀ ਲੜਨਾ ਸੀ ਉਹ ਨਹੀਂ ਲੜ ਰਹੀ। ਜਿਹੜੀ ਕਾਂਗਰਸ ਜਿਹਨੂੰ ਆਪਦੇ ਆਪ ਨੂੰ ਨੈਸ਼ਨਲ ਪਾਰਟੀ ਕਹਾਉਂਦੀ ਰਹੀ ਹੈ ਵੀ ਅਸੀਂ ਆਜ਼ਾਦੀ ਲੈ ਕੇ ਦਿੱਤੀ, ਉਹ ਹੁਣ ਜਿਹੜਾ ਨਵਾਂ ਪੋਜ ਆਇਆ ਹੋਇਆ ਹੈ, ਉਹਦਾ ਕੋਈ ਸੰਬੰਧ ਨਹੀਂ, ਉਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ। ਉਹ ਇੱਕ ਦੂਜੇ ਦੇ ਪਾਰਟੀਆਂ ਰੋਜ਼ ਹੀ ਆਪਾਂ ਦੇਖਦੇ ਹਾਂ ਡਿਬੇਟ ਦੇ ਵਿੱਚ ਇੱਕ ਦੂਜੇ ਨੂੰ ਮਿਹਣੇ ਦੇਣ ਤੋਂ ਸਿਵਾਏ ਅੱਗੇ ਕੁਝ ਨਹੀਂ ਕਰ ਰਹੀਆਂ। ਕਾਰਨ ਕੀ ਹੈ? ਜਿਹੜਾ ਤੁਸੀਂ ਪੁੱਛਿਆ, ਕਾਰਨ ਇਹ ਹੈ ਕਿ ਉਹਨਾਂ ਨੂੰ ਇਹ ਪਤਾ ਹੈ ਕਿ ਅਸੀਂ ਭੋਲੂ, ਕਹਿੰਦੇ ਕਿ ਇੱਕ ਪੰਜਾਬੀ 'ਚ ਖਾਣ ਹੈ, ਜੱਟ ਜੱਟਾਂ ਦਾ ਭੋਲੂ ਨਹੀਂ ਰਹਿੰਦਾ, ਪੋਲੀਟੀਸ਼ੀਅਨ ਪੋਲੀਟੀਸ਼ੀਅਨਾਂ ਦੇ, ਸ਼ਰੀਫ ਆਦਮੀ ਵਿਚਾਰਾ ਇੱਧਰ ਉੱਧਰ ਹੀ ਰੱਬ ਦੇ ਲੋਕ ਸਮਝਦੇ ਨੇ। ਪਿਛਲੇ ਸਾਲ ਮੈਨੂੰ ਯਾਦ ਹੈ ਜਿਸ ਵੇਲੇ ਬਜਟ ਬਾਰੇ ਸੋਨੀਆ ਗਾਂਧੀ ਨੇ ਬੋਲਣਾ ਸ਼ੁਰੂ ਕੀਤਾ ਤੇ ਉਹ 0 ਆਵਰ ਸਬਮਿਸ਼ਨ ਹੁੰਦੀ ਹੈ। ਹੁਣ ਇਹ ਸਿਸਟਮ ਹੈ, ਅਸੀਂ ਕਦੀ ਪਾਰਲੀਮੈਂਟਰੀ ਡਿਬੇਟਸ ਬਾਰੇ ਵੀ ਲੋਕਾਂ ਦੀ ਲਿਟਰੇਸੀ ਨਹੀਂ ਵਧਾਈ। 0 ਸਬਮਿਸ਼ਨ ਆਵਰ ਜਿਹੜਾ ਹੁੰਦਾ, ਉਹਦੇ ਵਿੱਚ ਨਾਰਮਲੀ ਆਪੋਜੀਸ਼ਨ ਲੀਡਰ ਜੋ ਮਰਜ਼ੀ ਕਹਿ ਦੇਵੇ, ਸਰਕਾਰ ਤੋਂ ਕੋਈ ਬਿਆਨ ਨਹੀਂ ਆਉਂਦਾ ਹੁੰਦਾ, ਉਹ ਇੱਕ ਖੁੱਲਾ ਸਮਾਂ ਦਾ ਕਿ ਹਾਂ ਤੁਸੀਂ ਬੋਲੋ, ਆਪਣੀ ਪੜਾਸ ਕੱਢ ਦਿਓ। ਉਹਦੇ 'ਚ ਜਿਸ ਵੇਲੇ ਸੋਨੀਆ ਗਾਂਧੀ ਥੋੜਾ ਜਿਹਾ ਬੋਲੇ, ਉਹ ਗਿਰੀਰਾਜ ਕਿਸ਼ੋਰ ਸਭ ਤੋਂ ਪਹਿਲਾਂ, ਕਿਉਂਕਿ ਰੂਰਲ ਡਿਵੈਲਪਮੈਂਟ ਮਿਨਿਸਟਰ ਸੀ, ਪਹਿਲਾਂ ਉਹ ਬੋਲੇ ਅਗੇਂਸਟ, ਫਿਰ ਅਨੁਰਾਗ ਠਾਕੁਰ ਜੀ ਟੁੱਟ ਕੇ ਪੈ ਗਏ, ਫਿਰ ਉਹ ਮੇਘਵਾਲ ਜੀ ਮਿਨਿਸਟਰ ਹੁੰਦੇ ਸੀ। ਮਤਲਬ ਉਹ ਪਤਾ ਲੱਗਦਾ ਕਿ ਹਾਂ ਆਪੋਜੀਸ਼ਨ ਉੱਥੋਂ ਆ ਰਹੀ ਹੈ, ਉਹਨੂੰ ਟੁੱਟ ਕੇ ਅਟੈਕ ਕਰਨਾ। ਹੁਣ ਵੀ ਜੇ ਆਰਟੀਕਲ ਲਿਖਦੇ ਨੇ, ਹਾਂ ਇੱਥੇ ਵੀ ਇਹੀ ਹੁੰਦਾ, ਇੱਥੇ ਵੀ ਸੋਨੀਆ ਗਾਂਧੀ ਇਹ ਗੱਲ ਕਰਦੇ ਆ ਤੇ ਉਹਦਾ ਕਿੰਨੀ ਆਪੋਜੀਸ਼ਨ ਆਈ ਹੈ ਇਸ ਤੋਂ ਬਾਅਦ ਲਗਾਤਾਰ ਇੱਕ ਆਰਟੀਕਲ ਦੇ ਅਗੇਂਸਟ। ਪਰ ਮਤਲਬ ਸੋਨੀਆ ਗਾਂਧੀ ਦੇ ਅਗੇਂਸਟ ਆਰਟੀਕਲ, ਉਹਦੇ ਆਰਟੀਕਲ ਦੇ ਅਗੇਂਸਟ ਆਰਟੀਕਲ ਤੇ ਆਰਟੀਕਲ ਛਪ ਰਹੇ ਨੇ, ਪਰ ਪੰਜਾਬ ਦਾ ਕਾਂਗਰਸੀ ਨਾ ਸੋਨੀਆ ਗਾਂਧੀ ਦੇ ਆਰਟੀਕਲ ਨੂੰ ਅੱਗੇ ਚਲਾਉਂਦਾ, ਨਾ ਉਹਦੀ ਗੱਲ ਨੂੰ ਅੱਗੇ ਚਲਾਉਂਦਾ, ਨਾ ਉਹਦੇ ਆਰਟੀਕਲ ਦੇ ਵਿਰੋਧ ਜਿਹਨੇ ਲਿਖਿਆ ਉਹਦਾ ਕੋਈ ਜਵਾਬ ਦਿੰਦਾ। ਪਾਰਟੀ ਨੇ ਤਲਾਕ ਲਿਆ ਹੋਇਆ ਆਪਣੀ ਸੈਂਟਰਲ ਲੀਡਰਸ਼ਿਪ ਤੋਂ, ਤੇ ਸੈਂਟਰਲ ਲੀਡਰਸ਼ਿਪ ਦੇ ਵੀ ਹਮੀਰ ਜੀ ਨੇ ਸਵਾਲ ਚੁੱਕਿਆ ਕਿ ਸੈਂਟਰਲ ਲੀਡਰਸ਼ਿਪ ਦੀ ਆਪਣੀ ਇਕਨੋਮਿਕ ਸੋਚ ਦੀ ਵੀ ਕਲੈਰਿਟੀ ਨਹੀਂ ਹੈ। ਜੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇਹ ਕਹਿੰਦੀ ਹੈ, ਤੁਸੀਂ ਵਿੱਚ ਗੱਲ ਕੀਤੀ ਕਿ ਉਹ ਅਡਾਨੀ ਅੰਬਾਨੀ ਦੀ ਗੱਲ ਕਰਦੇ ਨੇ, ਹਿੰਡਨਬਰਗ ਦੀ ਗੱਲ ਕਰ ਲੈਂਦੇ ਨੇ,
ਪਰ ਉਹ ਲਾਰਜਰ ਇਸ ਸਿਸਟਮ ਦੀ ਗੱਲ ਨਹੀਂ ਕਰਦੇ ਉਸ ਫਿਲਾਸਫੀ ਦੀ ਉਸ ਫਿਲਾਸਫੀ ਦੀ ਗੱਲ ਨਹੀਂ ਕਰਦੇ ਜਿੱਥੇ 91 ਦੇ ਵਿੱਚ ਆ ਕੇ ਉਹਨਾਂ ਨੇ ਆਪਣਾ ਪੈਂਤੜਾ ਬਦਲ ਲਿਆ। ਸੋ ਤੁਹਾਨੂੰ ਲੱਗਦਾ ਹੈ ਭਾਰਤ ਜੋੜਨ ਦਾ ਇੱਕੋ ਇੱਕ ਤਰੀਕਾ ਇਹ ਬਚੇਗਾ ਦੈਟ ਯੂ ਹੈਵ ਟੂ ਗੋ ਬੈਕ ਕਿ ਤੁਸੀਂ ਉਹਨਾਂ ਪਾਲਿਸੀਜ਼ ਨੂੰ ਮੁੜ ਤੋਂ ਚਿਤਵੋ। ਕਾਂਗਰਸ ਇਸ ਪ੍ਰੈਸ਼ਰ ਦੇ ਥੱਲੇ ਕੀ ਇਸ ਵੇਲੇ ਹੈ ਕਿ ਆਪੋਜੀਸ਼ਨ ਇਸ ਪ੍ਰੈਸ਼ਰ ਥੱਲੇ ਹੈ ਕਿ ਆਪੋਜੀਸ਼ਨ ਏਕਤਾ ਇਹਦਾ ਇਹ ਕੋਈ ਫਲਕਰਮ ਬਣ ਸਕਦਾ? ਮੈਨੂੰ ਲੱਗਦਾ ਪ੍ਰੈਸ਼ਰ ਥੱਲੇ ਤਾਂ ਹੈ ਨੇ। ਦੇਖੋ ਸਾਰੀਆਂ ਧਿਰਾਂ ਨੇ, ਕਿਤੇ ਗਵਰਨਰ ਦੇ ਤੰਗ ਕਰਦਾ ਹੈ, ਕਿਤੇ ਜਿਹੜੀ ਬਾਕੀ ਨੂੰ ਕੰਮ ਨਹੀਂ ਕਰਨ ਦਿੰਦਾ, ਕਿਤੇ ਕੋਈ ਕਰਦਾ ਹੈ, ਕੋਈ ਵੱਖ-ਵੱਖ ਕਾਰਨਾਂ ਸੂਬੇ ਬੈਂਕਰਪਟ ਵਰਗੇ ਹੋ ਰਹੇ ਨੇ। ਪੰਜਾਬ ਤਾਂ ਡੈਟ ਟ੍ਰੈਪ 'ਚ ਹੈ ਟੋਟਲੀ ਇਕਨੋਮਿਕ ਐਂਗਲ ਤੋਂ ਜੇ ਕਰਦੇ ਹੋ। GST ਤੁਸੀਂ 5 ਸਾਲ ਤੱਕ ਦਿੱਤਾ ਸੀ, ਮੁੜ ਕੇ ਤੁਸੀਂ ਕਹਿਤਾ ਵੀ ਇਸ ਤੋਂ ਬਾਅਦ ਹੁਣ ਤੁਹਾਨੂੰ ਵਾਪਸ ਨਹੀਂ ਦੇਵਾਂਗੇ ਅਸੀਂ ਕੋਈ ਪੈਸਾ। ਮੈਨੂੰ ਤਾਂ ਲੱਗਦਾ ਜਦੋਂ ਤੋਂ GST ਆ ਗਈ, ਜਦੋਂ ਤੋਂ ਉਹ ਕਸਟਮ ਡਿਊਟੀ ਵਗੈਰਾ ਇਹਦੇ ਤੇ ਆਪੀ ਲਾ ਦਿੰਦੇ ਨੇ ਤੇਲ ਤੇ, ਤਾਂ ਬਜਟ ਦੀ ਤੁਕ ਕੀ ਰਹਿ ਗਈ ਹੈ ਨਾ? ਬਜਟ ਦਾ ਆਪਦੇ ਆਪ 'ਚ ਕੀ ਮਤਲਬ ਰਹਿ ਗਿਆ? ਕਿਉਂਕਿ ਅੱਗੇ ਤਾਂ ਤੁਸੀਂ ਕਹਿੰਦੇ ਟੈਕਸ ਲਾਉਂਦੇ ਸੀ, ਬਜਟ ਦੇ ਵਿੱਚ ਆਉਂਦਾ ਸੀ, ਟੈਕਸ ਹਟਾਉਂਦੇ ਸੀ ਬਜਟ। ਹੁਣ GST ਕਾਉਂਸਲ ਹੈ ਜੀ। ਇਹ ਜਿਹੜੀਆਂ ਚੀਜ਼ਾਂ ਨੇ ਪਾਰਲੀਮੈਂਟ ਦੇ ਪ੍ਰਵਿਊ ਚੋਂ ਕੱਢ ਕੇ ਲਾਰਜਰ ਇਕਨੋਮਿਕ ਫੈਸਲੇ ਬਜਟ ਦੇ ਵਿੱਚੋਂ ਬਾਹਰ ਹੋ ਚੁੱਕੇ ਨੇ। ਤਾਂ ਸਭ ਤੋਂ ਬੜਾ ਡੈਮੋਕ੍ਰੇਸੀ ਤੇ ਬਾਹਰ ਹੈ ਇਹ ਕਿ ਤੁਸੀਂ ਪਾਰਲੀਮੈਂਟ ਦੇ ਪ੍ਰਵਿਊ ਚੋਂ ਕੱਢ ਕੇ ਜਿੱਥੇ ਚਰਚਾ ਹੋਣੀ ਹੁੰਦੀ ਆ, ਚਾਹੇ ਉਹ ਨਹੀਂ ਹੋ ਰਹੀ ਹੈ ਜੇ ਉਹਨੂੰ ਐਗਜ਼ੈਕਟਿਵ ਬਣਾ ਲਿਆ, ਉਹਨੂੰ ਐਗਜ਼ੈਕਟਿਵ ਦੇ ਕੋਲੇ ਲੈ ਗਏ ਉਹ ਸਾਰਾ ਜਿਹੜਾ ਕੰਸੋਲੀਡੇਟਡ ਫੰਡ ਦੇ ਵਿੱਚੋਂ ਜਿਵੇਂ ਖਰਚ ਜਾਂ ਬਾਕੀ ਹੋਣਾ ਉਹ ਰਿਚੁਅਲ ਛੱਡਤਾ ਤੁਸੀਂ। ਟੈਕਸ ਕਿਹੜਾ ਲੱਗਣਾ ਕਿਵੇਂ, ਸੋ ਪਾਰਲੀਮੈਂਟਰੀ ਸੁਪਰਵਿਜ਼ਨ ਖਤਮ ਕਰਤੀ ਹੈ ਤੁਸੀਂ। GST ਕਾਉਂਸਲ ਨੂੰ ਦਿੱਤਾ ਸਾਰਾ ਰਾਈਟ ਟੈਕਸ ਲਾਉਣ ਦਾ, ਇਲੈਕਟੋਰਲ ਸਕੀਮ ਹੋ ਗਈ। ਫਿਰ ਤੁਸੀਂ ਪੈਟਰੋਲ ਡੀਜ਼ਲ ਤੇ ਬਾਕੀ ਚੀਜ਼ਾਂ ਕਿਹੜੀਆਂ ਲਿਆਉਣੀਆਂ ਨੇ ਕਿਹੜੀਆਂ ਨਹੀਂ, ਇਹ ਤੇ ਕਦੇ ਪਾਰਲੀਮੈਂਟ 'ਚ ਨਹੀਂ। ਲੱਖਾਂ ਕਰੋੜ ਬੇਸਿਕਲੀ ਬਜਟ ਬੇਮਾਨੀ। ਅਗਰ ਇਹਦੇ ਤੇ ਜੇ ਮੈਂ ਬਜਟ 'ਚ ਇੱਕ ਗੱਲ ਕਰਨਾ ਚਾਹੁੰਦਾ, ਇਹਦੇ 'ਚ ਜਿਹੜੀ ਸਟੇਟ ਗਵਰਨਮੈਂਟ ਸਾਡੀ ਵੀ ਗਵਰਨਮੈਂਟਾਂ ਵੀ ਔਰ ਪਾਰਟੀਆਂ ਬੋਲ ਨਹੀਂ ਰਹੀਆਂ। ਗਵਰਨਮੈਂਟ ਆਫ ਇੰਡੀਆ ਹੁਣ ਤੇਲ ਤੇ ਗੈਸਾਂ ਤੇ ਸਾਰਿਆਂ ਤੇ ਉਹ ਡਿਊਟੀ ਨਹੀਂ ਲਾਉਂਦੇ, ਉਹ ਸਰਚਾਰਜ ਲਾਉਂਦੇ ਨੇ ਤੇ ਜਾਂ ਸੈਸ ਲਾਉਂਦੇ ਨੇ। ਜਿਹੜੀ ਡਿਊਟੀ ਲਾਉਣੀ ਆ ਉਹ ਤਾਂ ਪੈਸੇ ਇਕੱਠੇ ਹੁੰਦੇ ਨੇ, ਉਹਦੇ 'ਚ 42% ਸ਼ੇਅਰ ਸਟੇਟਸ ਦਾ ਹੁੰਦਾ ਤੇ ਉਹ ਜਿਹੜਾ ਉਪਕਰ ਲਾਉਂਦੇ ਨੇ ਤੇ ਬਾਕੀ ਉਹ ਕੇਂਦਰ ਰੱਖ ਰਿਹਾ ਲੱਖਾਂ ਕਰੋੜਾਂ ਸਟੇਟਾਂ ਦਾ ਪੈਸਾ ਮਾਰ ਰਿਹਾ। ਇਹਦੇ ਤੇ ਗੱਲ ਕਿਉਂ ਨਹੀਂ ਹੋ ਰਹੀ? ਬਜਟ 'ਚ ਕਿਉਂ ਨਾ ਹੋਵੇ ਤੇ ਬਾਕੀ ਕਿਉਂ ਨਾ ਹੋਵੇ? ਕੰਪਲੀਟਲੀ ਆਊਟ ਆਫ ਟਾਈਮ। 10 ਸੈਕਿੰਡ ਆਨਸਰ ਮੈਨੂੰ ਦੱਸੋ, ਕਿਉਂਕਿ ਹਮੀਰ ਜੀ ਨੇ ਕਿਹਾ ਕਿ ਬਜਟ ਦੀ ਆਪਣੀ ਉਸ ਤਰ੍ਹਾਂ ਦੀ ਇੰਪੋਰਟੈਂਸ ਖਤਮ ਹੋ ਗਈ ਜਦੋਂ ਤੁਸੀਂ ਫੈਸਲੇ ਹੀ ਉਸ ਫਰੇਮਵਰਕ ਤੋਂ ਬਾਹਰ ਲੈ ਗਏ। ਤੇ ਫਿਰ ਮੈਂ ਇਹਨਾਂ ਚੀਜ਼ਾਂ ਨੂੰ ਵੀ ਸ਼ੱਕ ਨਾਲ ਦੇਖਾਂਗੇ, ਮਨਰੇਗਾ ਦਾ ਘਟਾਇਆ ਗਿਆ, ਇਹਦਾ ਘਟਾਇਆ ਗਿਆ, ਉਹਦੇ ਵਿੱਚ ਹੋਰ ਨਹੀਂ ਪਾਇਆ ਗਿਆ ਕਿ ਕਿਉਂਕਿ ਇਲੈਕਸ਼ਨ ਆਉਣ ਵਾਲੀ ਹੈ। ਇਸ ਸਾਲ ਵੀ 9 ਸਟੇਟਾਂ 'ਚ ਇਲੈਕਸ਼ਨ ਹੈ ਤੇ 2024 ਦਾ ਦੰਗਲ ਆ ਰਿਹਾ। ਕੋਈ ਐਕਚੁਅਲੀ ਡਿਸਰਪਟਿਵ ਜਿਹਾ ਫੈਸਲਾ ਬਹੁਤ ਵੱਡਾ ਆ ਜਾਏਗਾ। ਮੰਨ ਲਓ ਕਿਸਾਨ ਨਿਧੀ ਸਕੀਮ ਦੇ ਵਿੱਚ ਹੀ ਉਹ ਕਹਿ ਦੇਣ 6000 ਤੋਂ ਵਧਾ ਕੇ ਅਸੀਂ ਕਰ ਰਹੇ ਹਾਂ 9000 ਰੁਪਏ ਜਾਂ ਇੰਨੇ ਘਰਾਂ ਨੂੰ ਹੋਰ ਦੇ ਰਹੇ ਹਾਂ। ਤੁਹਾਨੂੰ ਲੱਗਦਾ ਇਹ ਬਜਟ ਕੇਵਲ ਡਰਾਮਾ ਹੋਏਗਾ? ਐਕਚੁਅਲੀ ਵੱਡੇ ਫੈਸਲੇ ਆਣੇ ਨੇ। ਨਹੀਂ ਕਿਹਾ ਉਹਨਾਂ ਕਿਹਾ ਅਸੀਂ 8000 ਕਰ ਰਿਹਾ। 8000 ਕਹਿ ਦਿੱਤਾ ਹੈ। ਤੇ ਦੂਜੀ ਗੱਲ ਇਹਦੇ ਚ ਡਰਾਮੇ ਤਾਂ ਆਉਣਗੇ। ਮੈਂ ਛੋਟੀ ਦੋ ਗੱਲਾਂ ਉਹੀ ਦੱਸ ਕੇ ਚਾਹਾਂਗਾ। ਇੱਕ ਤਾਂ ਇਹ ਹੈ ਕਿ ਇਹ ਨਹੀਂ ਹੈ ਕਿ ਆਪੋਜੀਸ਼ਨ ਪਾਰਟੀਆਂ ਨੇ ਕਿਹਾ ਨਹੀਂ ਕਿ ਤੁਸੀਂ ਇਹ ਡਿਊਟੀ ਕਿਉਂ ਖਤਮ ਕਰੀ। ਪੈਟਰੋਲ ਦੇ ਉੱਤੇ ਜਿੰਨੀਆਂ ਵੈਸਾਂ ਹੋਈਆਂ ਨੇ ਉਹ ਤੇ ਰੌਲਾ ਹੀ ਇਹ ਰੱਖਿਆ ਵੀ ਤੁਸੀਂ ਯਾਰ ਉਹ ਈਡੀ ਖਤਮ ਕਰਕੇ ਤੁਸੀਂ ਆਪਦਾ ਸੈਸ ਲਾਈ ਜਾਂਦੇ ਹੋ, ਸਾਡੇ ਪੈਸੇ ਕੱਟੀ ਜਾਂਦੇ ਹੋ। ਇੱਕ ਦੂਜੀ ਗੱਲ ਜਿਹੜੀ ਰਾਹੁਲ ਗਾਂਧੀ ਜੀ ਤੁਸੀਂ ਕਹਿੰਦੇ ਸੀ ਉਹਦੇ ਵਿੱਚ ਉਹਨੇ ਕਿਹਾ ਵੀ ਜਿੰਨਾ ਚਿਰ ਮਜ਼ਦੂਰ, ਕਿਸਾਨ, ਛੋਟਾ ਦੁਕਾਨਦਾਰ, ਛੋਟਾ ਵਪਾਰੀ, ਛੋਟਾ ਇੰਡਸਟਰੀਲਿਸਟ ਉਹਦੇ ਹੱਕ ਦੀ ਨਾਲ ਗੱਲ ਨਹੀਂ ਤੁਸੀਂ ਕਰਦੇ। ਰਾਹੁਲ ਗਾਂਧੀ ਤਾਂ ਕਹਿ ਰਿਹਾ। ਹਾਂ, ਸੋ ਉਹ ਹੈਗਾ ਉਹ ਫੈਡਰਲਿਜ਼ਮ ਦੀ ਗੱਲ ਨਹੀਂ ਉਹਨੇ ਜ਼ੋਰ ਨਾਲ ਕਰੀ ਜਿੰਨੀ ਕਰਨੀ ਚਾਹੀਦੀ ਸੀ। ਜੇ ਸਾਰੇ ਇਸ਼ੂਸ ਫੈਡਰਲਿਜ਼ਮ ਨਾਲ ਜੁੜੇ ਹੋਏ ਨੇ, ਜੇ ਫੈਡਰਲਿਜ਼ਮ ਦੀ ਗੱਲ ਹੋ ਜਾਂਦੀ ਤਾਂ ਫਿਰ ਉਹ ਇੱਕ ਇਫੈਕਟਿਵ ਆਪੋਜੀਸ਼ਨ ਜ਼ਿਆਦਾ ਵੱਧ। ਚਲੋ ਆਪਾਂ ਇੰਨਾ ਕੰਮ ਜ਼ਰੂਰ ਕੀਤਾ ਵੀ ਹੈਡਲਾਈਨਾਂ ਬੜੀਆਂ ਸੀਗੀਆਂ, ਮਾਮਲੇ ਗਰਮਾ-ਗਰਮ ਸੀਗੇ ਤੇ ਸਵਾਦਲਾ ਟੀਵੀ ਡਿਬੇਟ ਵੀ ਹੋ ਸਕਦਾ ਸੀਗਾ, ਪਰ ਬੋਰਿੰਗ ਵਾਲਾ ਹੀ ਕੀਤਾ ਹੈ ਨਾ, ਜਿਹਦੇ 'ਚ ਰਕਮਾਂ ਦਾ, ਕਰੋੜਾਂ ਦਾ, ਹਜ਼ਾਰਾਂ ਕਰੋੜਾਂ ਦਾ, ਆਰਥਿਕ ਮੁੱਦਿਆਂ ਦਾ, ਮਨਰੇਗਾ ਦਾ, ਮਿਡ ਡੇ ਮੀਲ ਸਕੀਮਾਂ ਦਾ ਜ਼ਿਕਰ ਹੈ। ਇਹ ਪਟਾਕੇਦਾਰ ਵੀ ਨਹੀਂ ਹੈ, ਧਮਾਕੇਦਾਰ ਵੀ ਨਹੀਂ ਹੈ, ਤਾਂ ਹੋ ਸਕਦਾ ਤੁਹਾਨੂੰ ਸਵਾਦ ਵੀ ਬਹੁਤਾ ਨਾ ਆਇਆ ਹੋਵੇ। ਸਾਨੂੰ ਵੀ ਨਹੀਂ ਆਉਂਦਾ ਜਿਸ ਵੇਲੇ ਮਜ਼ਦੂਰਾਂ ਦੀਆਂ, ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦੀਆਂ ਖਬਰਾਂ ਰੋਜ਼ ਅਖਬਾਰਾਂ ਵਿੱਚ ਛਪਦੀਆਂ ਨੇ, ਬੇਰੁਜ਼ਗਾਰਾਂ ਦੀਆਂ ਜ਼ਿੰਦਗੀਆਂ ਦਿਸਦੀਆਂ ਨੇ ਤੇ ਦੇਸ਼ ਦੇ ਹਾਲਾਤ ਦਿਸਦੇ ਨੇ। ਦਰਅਸਲ ਗੰਭੀਰ ਹੋ ਜਾਣ ਦਾ ਸਮਾਂ ਆ ਗਿਆ। ਜੇ ਸਰਕਾਰਾਂ ਭਗੌੜਾ ਹੋਈਆਂ ਨੇ, ਪੋਲੀਟੀਕਲ ਇਸਟੈਬਲਿਸ਼ਮੈਂਟ ਜੇ ਭੱਜੀ ਹੋਈ ਹੈ, ਤਾਂ ਫਿਰ ਇਹਨਾਂ ਬਰੀਕ ਬਹਿਸਾਂ ਦੇ ਨਾਲ ਤੁਹਾਡੀ ਵਾਬਸਤਗੀ ਜ਼ਰੂਰੀ ਹੈ। ਜ਼ਿੰਦਗੀਆਂ ਤੇ ਦੇਸ਼, ਕੌਮਾਂ, ਪੰਥ ਤੇ ਤੁਹਾਡੇ ਸਰੋਕਾਰ ਉਸ ਵੇਲੇ ਹੀ ਬਚਦੇ ਨੇ ਜਿਸ ਵੇਲੇ ਕੋਈ ਮਿਲ ਬੈਠੀਏ ਚਾਰ ਲੋਕ ਤੇ ਅਕਲ ਦੀ ਗੱਲ ਕਰੀਏ। ਅਦਰਵਾਈਜ਼ ਸਵਾਦ ਲੈਣ ਲਈ YouTube ਤੇ ਵੀ ਬੜਾ ਸਮਾਨ ਹੈ, ਇਹੋ ਜਿਹੇ ਚੈਨਲਾਂ ਤੇ ਵੀ ਹੋਰ ਬੜਾ। ਤੁਸੀਂ ਹੁਣ ਘੁਮਾ ਸਕਦੇ ਹੋ ਤੇ ਜਾ ਸਕਦੇ ਹੋ। ਜਿੰਨੀ ਦੇਰ ਜੁੜੇ ਰਹੇ ਹੋ ਉਨੀ ਦੇਰ ਲਈ ਧੰਨਵਾਦ ਤੇ ਰੱਬ ਰੱਖਾ।